Please subscribe to our YouTube channel and press the bell icon for the latest updates. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਟਾਂਗਰਾ। ਵੈਲਕਮ ਟੂ ਦ ਮਨਦੀਪ ਕੌਰ ਟਾਂਗਰਾ ਸ਼ੋ। ਅੱਜ ਮੇਰੇ ਨਾਲ ਮੌਜੂਦ ਨੇ ਨਵਦੀਪ ਸਿੰਘ ਗਿੱਲ। ਇਹਨਾਂ ਨੂੰ ਮੈਂ ਅੱਜ ਸਪੈਸ਼ਲ ਆਪਣੇ ਸ਼ੋਅ 'ਚ ਬੁਲਾਇਆ ਬਿਕਾਜ਼ ਇਹ ਮੈਂ ਮੰਨਦੀ ਕਿ ਪੰਜਾਬ ਦੀ ਬਹੁਤ ਹੀ ਹੁਨਰਮੰਦ ਪਰਸਨੈਲਿਟੀ ਨੇ ਤੇ ਬਹੁਤ ਹੀ ਅੱਛਾ ਇਹਨਾਂ ਨੇ ਕੰਮ ਕੀਤਾ ਹੈ। ਹੁਣ ਤੱਕ 13 ਕਿਤਾਬਾਂ ਲਿਖੀਆਂ ਨੇ ਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਉਹ ਲਿਖ ਰਹੇ ਨੇ। ਲੇਖਕ ਨੇ, ਜਰਨਲਿਸਟ ਨੇ ਤੇ ਬਹੁਤ ਸਾਰੇ ਗੁਣ ਇੱਕ ਹੀ ਇਨਸਾਨ 'ਚ ਜੇ ਆਪਾਂ ਕਹੀਏ ਤੇ ਨਵਦੀਪ ਸਿੰਘ ਗਿੱਲ ਜਿਹੜੇ ਉਹਦੀ ਐਗਜ਼ਾਮਪਲ ਨੇ। ਖਾਸ ਤੌਰ ਤੇ ਜੇ ਇਹਨਾਂ ਦੀ ਪਹਿਚਾਣ ਦੀ ਗੱਲ ਕਰੀਏ ਤੇ ਸਪੋਰਟਸ ਦੇ ਖੇਤਰ ਦੇ ਵਿੱਚ ਬਹੁਤ ਹੀ ਵਧੀਆ ਇਹਨਾਂ ਨੇ ਕੰਮ ਕੀਤਾ ਹੈ। ਬਹੁਤ ਸਾਰੇ ਵੱਡੇ ਇਵੈਂਟਸ ਕਵਰ ਕੀਤੇ ਨੇ, ਬੀਜਿੰਗ, ਓਲੰਪਿਕਸ। ਸਪੋਰਟਸ ਦੇ ਖੇਤਰ ਦੇ ਵਿੱਚ ਸਪੋਰਟਸ ਨੂੰ ਬਹੁਤ ਪ੍ਰਮੋਟ ਕੀਤਾ, ਬਹੁਤ ਲਿਖਿਆ ਤੇ ਲੋਕ ਜਿਹੜਾ ਇਹਨਾਂ ਨੂੰ ਪੜ੍ਹਦੇ ਤੇ ਸੁਣਦੇ ਹਨ। ਸਭ ਤੋਂ ਪਹਿਲਾਂ ਸਰ ਵੈਲਕਮ ਟੂ ਦ ਸ਼ੋ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਮਨਦੀਪ ਟਾਂਗਰਾ ਸ਼ੋਅ ਦੇ ਵਿੱਚ ਅੱਜ ਮੌਕਾ ਦਿੱਤਾ ਤੁਸੀਂ ਮੈਨੂੰ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਜਿਵੇਂ ਕਿ ਮੈਂ ਤੁਹਾਡੇ ਬਾਰੇ ਪੜ੍ਹ ਹੀ ਰਹੀ ਹਾਂ ਕਿ ਡਿਸਟ੍ਰਿਕਟ ਬਰਨਾਲੇ ਨੂੰ ਤੁਸੀਂ ਬਿਲੋਂਗ ਕਰਦੇ ਹੋ। ਤੁਹਾਡਾ ਸ਼ਹਿਣਾ ਜਿਹੜਾ ਪਿੰਡ ਆ, ਪਿੰਡ ਤੋਂ ਜਿਹੜੀਆਂ ਪਿੰਡਾਂ ਤੋਂ ਨਿਕਲੇ ਹੋਏ ਲੋਕ ਅਪ ਟੂ ਓਲੰਪਿਕਸ ਤੱਕ ਜਾ ਰਹੇ ਨੇ, ਇੰਨਾ ਅੱਛਾ ਲਿਖ ਰਹੇ ਨੇ। ਸੋ ਜੇ ਪਿੰਡ ਦੀ ਗੱਲ ਕਰੀਏ ਤੇ ਪਿੰਡ ਨਾਲ ਅੱਜ ਦੇ ਦਿਨ ਕੀ ਕਨੈਕਸ਼ਨ ਹੈ? ਪਿੰਡ ਨਾਲ ਬਿਲਕੁਲ ਕਨੈਕਸ਼ਨ ਜੀ। ਮੇਰਾ ਜੱਦੀ ਪਿੰਡ ਸ਼ਹਿਣਾ ਗਾ ਤੇ ਚੀਮਾ ਜੋਧਪੁਰ ਪਿੰਡ ਜਿੱਥੇ ਮੇਰਾ ਬਚਪਨ ਬੀਤਿਆ ਤੇ ਮੈਂ ਆਪਣੀ ਜ਼ਿੰਦਗੀ ਦਾ ਪਹਿਲਾ ਖੇਡ ਮੇਲਾ ਵੀ ਚੀਮਾ ਜੋਧਪੁਰ ਵਿਖੇ ਦੇਖਿਆ ਸੀਗਾ ਤੇ ਉਸ ਪਿੰਡ ਦੇ ਖੇਡ ਮੇਲੇ ਤੋਂ ਓਲੰਪਿਕ ਤੱਕ ਦੇ ਖੇਡ ਮੇਲੇ ਦੇਖੇ। ਤੇ ਨੌਕਰੀ ਕਰਕੇ ਸਿਲਸਿਲੇ 'ਚ ਮੈਂ ਚੰਡੀਗੜ੍ਹ ਜ਼ਰੂਰ ਰਹਿ ਰਿਹਾ ਗਾ, ਪਰ ਗਾਹੇ ਵਗਾਹੇ ਜਦੋਂ ਮੈਂ ਆਪਣੇ ਘਰ ਜਾਂਦਾ, ਬਰਨਾਲੇ ਜਾਂਦਾ ਤੇ ਪਿੰਡ ਵੀ ਗੇੜਾ ਲਗਾਉਣਾ। ਮੇਰੇ 3 ਤਾਇਆ ਜੀ ਨੇ, ਉਹ ਪਿੰਡ ਰਹਿੰਦੇ ਨੇ ਤੇ ਪਿੰਡ ਨਾਲ ਕਨੈਕਸ਼ਨ ਹਜੇ ਵੀ ਜੁੜਿਆ ਗਾ ਜੀ। ਜਦੋਂ ਵੀ ਮੌਕਾ ਮਿਲਦਾ ਤੇ ਪਿੰਡ ਜ਼ਰੂਰ ਜਾਈਦਾ ਗਾ। ਪਿੰਡ ਜਾ ਕੇ ਜੋ ਸਕੂਨ ਮਿਲਦਾ ਤੁਹਾਨੂੰ ਕਿਤੇ ਵੀ ਸਕੂਨ ਨਹੀਂ ਮਿਲਦਾ। ਬਹੁਤ ਵਧੀਆ। ਸੋ ਇਹ ਕਿ ਪਿੰਡਾਂ ਤੋਂ ਨਿਕਲੇ ਹੋਏ ਲੋਕ ਜਿਹੜੇ ਆ, ਮੈਂ ਕਹਿੰਦੀ ਕਿ ਹਮੇਸ਼ਾ ਉਹਨਾਂ 'ਚ ਇੱਕ ਆਪਣੀ ਐਨਰਜੀ ਹੁੰਦੀ ਹੈ। ਕਈ ਵਾਰੀ ਆਪਾਂ ਛੋਟੇ ਪਿੰਡਾਂ 'ਚ ਬੈਠੇ ਹੁੰਦੇ ਤੇ ਅਸੀਂ ਇੱਕ ਬਹਾਨਾ ਬਣਾ ਲੈਂਦੇ ਕਿ ਸ਼ਾਇਦ ਮੈਂ ਪਿੰਡ ਤੋਂ ਆ, ਜ਼ਿੰਦਗੀ 'ਚ ਪਤਾ ਨਹੀਂ ਅੱਗੇ ਜਾ ਸਕਦਾ ਕਿ ਨਹੀਂ ਜਾ ਸਕਦਾ। ਬਟ ਨਵਦੀਪ ਸਿੰਘ ਵੀ ਉਹਨਾਂ 'ਚੋਂ ਇੱਕ ਐਗਜ਼ਾਮਪਲ ਨੇ ਕਿ ਜਿਨ੍ਹਾਂ ਨੇ ਇਹਨੂੰ ਜਹਾਜ਼ਾਂ ਦੇ ਸਫ਼ਰ ਕਰਦੇ ਹੋਏ ਹਰ ਦੁਨੀਆ ਦਾ ਬੈਸਟ ਆਫ ਦਾ ਬੈਸਟ ਇਵੈਂਟ ਦੇਖਿਆ ਹੈ, ਪਰ ਫਿਰ ਆਪਣੇ ਪੈਰ ਜਿਹੜੇ ਆ ਉਹ ਪੰਜਾਬ 'ਚ ਹੀ ਜਮਾਏ ਹੋਏ ਆ, ਇੱਥੇ ਰਹਿ ਕੇ ਹੀ ਤਰੱਕੀ ਕਰਨ ਦਾ ਜਿਨ੍ਹਾਂ ਨੇ ਡਿਸੀਜ਼ਨ ਲਿਆ ਹੁੰਦਾ, ਐਸੇ ਨੌਜਵਾਨਾਂ 'ਚੋਂ ਇੱਕ ਨੇ। ਸੋ ਜੇ ਮੈਂ ਤੁਹਾਡਾ ਜਿੱਦਾਂ ਪੜ੍ਹ ਰਹੀ ਤੁਹਾਡੇ ਬਾਰੇ ਕਿ ਤੁਹਾਡੇ ਮੰਮਾ ਜਿਹੜੇ ਆ ਉਹ ਹੈਡ ਟੀਚਰ ਰਹੇ ਨੇ, ਸੋ ਇੱਕ ਟੀਚਰ ਦੀ ਪਰਵਰਿਸ਼ ਹੋ ਤੁਸੀਂ। ਸੋ ਤੁਹਾਡੀ ਜਿਹੜੀ ਐਜੂਕੇਸ਼ਨ ਆ, ਤੁਸੀਂ ਇੰਨਾ ਵਧੀਆ ਲਿਖਦੇ ਹੋ ਹਨਾ, ਤੁਹਾਡਾ ਮੰਮਾ ਦਾ ਤੁਹਾਨੂੰ ਕੀ ਲੱਗਦਾ ਕਿ ਕੀ ਰੋਲ ਰਿਹਾ ਇੱਕ ਐਜੂਕੇਸ਼ਨ ਦੇ ਵਿੱਚ? ਕਿਵੇਂ ਦਾ ਮਾਹੌਲ ਰਿਹਾ? ਅੱਜ ਦੇ ਜਿਹੜੇ ਪੇਰੈਂਟਸ ਆ, ਅੱਜ ਦੇ ਜਿਹੜੇ ਪਰਿਵਾਰ ਆ, ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਪਹਿਲਾਂ ਸਾਡੇ ਪੇਰੈਂਟਸ ਸਾਡੀ ਪੜ੍ਹਾਈ ਦਾ ਇੰਨਾ ਧਿਆਨ ਰੱਖਦੇ ਸੀ, ਅੱਜ ਕਿਤੇ ਨਾ ਕਿਤੇ ਕਮੀ ਹੈ ਕਿ ਜਾਂ ਬੈਟਰ ਹੋ ਰਿਹਾ ਹੈ? ਜਾਂ ਆਪਣਾ ਮਾਹੌਲ ਦੱਸੋ। ਤੁਸੀਂ ਬੜੀ ਸੋਹਣੀ ਗੱਲ ਟੱਚ ਕੀਤੀ ਜੀ। ਮੇਰੇ ਮਦਰ ਪਰਮਜੀਤ ਕੌਰ ਸੈਂਟਰ ਹੈਡ ਟੀਚਰ ਰਿਟਾਇਰ ਹੋਏ, ਫਾਦਰ ਮੇਰੇ ਡੀਪੀ ਟੀਚਰ ਰਿਟਾਇਰ ਹੋਏ ਤੇ ਮਦਰ ਦਾ ਮੇਰਾ ਐਡਾ ਰੋਲ ਆ ਜੀ। ਪੰਜਾਬੀ ਮੈਨੂੰ ਛੋਟੇ ਹੁੰਦੇ, ਕਿਉਂਕਿ ਉਹਨਾਂ ਦੀ ਪੰਜਾਬੀ 'ਚ ਮਹਾਰਤ ਬਹੁਤ ਸੀ ਮੇਰੇ ਮਦਰ ਦੀ, ਤੇ ਮੇਰੇ ਅੱਜ ਵੀ ਯਾਦ ਆ। ਜੇ ਛੋਟਾ ਹੁੰਦਾ ਮੈਂ ਲਿਖਦਾ ਹੁੰਦਾ ਸੀ ਪੰਜਾਬੀ, ਪਹਿਲਾਂ ਤਾਂ ਮੇਰੀ ਜੀ ਲਿਖਾਈ ਹੈਂਡ ਰਾਈਟਿੰਗ ਮਾੜੀ ਹੁੰਦੀ ਤਾਂ ਉਹਨਾਂ ਨੇ ਮੈਨੂੰ ਫੱਟੀ ਤੇ ਸਲੇਟ ਤੇ ਕਹਿਣਾ ਵੀ ਲਿਖੋ ਕਲਮ ਦੇ ਦਬਾਅ ਦੇ ਨਾਲ। ਤੇ ਮੈਨੂੰ ਹੁਣ ਜਦੋਂ ਮੇਰੀ ਕੋਈ ਤਾਰੀਫ ਕਰਦਾ ਆਫਿਸ 'ਚ, ਮੈਂ ਲਿਖਾਈ ਲਿਖਦਾ ਤਾਂ ਤੇਰੀ ਕਹਿੰਦੀ ਹੈਂਡ ਰਾਈਟਿੰਗ ਬਹੁਤ ਸੋਹਣੀ ਆ। ਤੇ ਮੈਂ ਕਿਹਾ ਜੀ ਮੇਰੀ ਮਦਰ ਦਾ ਬੜਾ ਰੋਲ ਆ। ਦੂਜਾ ਮੈਂ ਪੰਜਾਬੀ ਲੈਂਗੁਏਜ 'ਚ ਕੰਮ ਕਰਦਾ, ਪੰਜਾਬੀ ਮਾਂ ਬੋਲੀ 'ਚ ਕਿਤਾਬਾਂ ਲਿਖੀਆਂ, ਮੈਂ 13 ਕਿਤਾਬਾਂ ਲਿਖੀਆਂ ਹੁਣ। ਪਰ ਮੈਂ ਤੁਹਾਨੂੰ ਦੱਸਾਂ ਨਾ, ਜਦੋਂ ਮੈਂ ਛੋਟਾ ਹੁੰਦਾ ਲਿਖਦਾ ਹੁੰਦਾ ਸੀ ਤਾਂ ਪੰਜਾਬੀ ਦੀ ਮੇਰੇ ਸ਼ਬਦ ਜੋੜਾਂ ਦੀਆਂ ਗਲਤੀਆਂ ਬਹੁਤ ਹੁੰਦੀਆਂ ਸੀ, ਸਿਹਾਰੀਆਂ ਬਿਹਾਰੀਆਂ ਦੀਆਂ। ਮੇਰੇ ਅੱਜ ਵੀ ਯਾਦ ਆ, ਜਦੋਂ ਅਸੀਂ ਬਰਨਾਲੇ ਘਰ ਰਹਿੰਦੇ ਸੀ, ਕਿਚਨ ਦੇ ਵਿੱਚ ਮੰਮਾ ਕੰਮ ਕਰਦੇ ਹੁੰਦੇ ਸੀ। ਕਿਚਨ ਦੇ ਜਿਹੜੀ ਵਿੰਡੋ ਆ ਉਹਦੇ ਇੱਧਰ ਮੇਰਾ ਸਾਈਕਲ ਹੁੰਦਾ ਸੀ ਬਾਹਰ ਪੋਰਚ 'ਚ, ਤੇ ਉਹ ਸਾਈਕਲ ਬਿਲਕੁਲ ਕਿਚਨ ਦੀ ਵਿੰਡੋ ਦੇ ਨਾਲ ਹੁੰਦਾ ਸੀ। ਮਦਰ ਨੇ ਮੈਨੂੰ ਪੇਪਰ ਦੇਣ, ਜਦੋਂ ਮੇਰਾ ਪੇਪਰ ਹੋਣਾ ਪੰਜਾਬੀ ਦਾ, ਸਪੈਸ਼ਲੀ ਪੰਜਾਬੀ ਦਾ ਪੇਪਰ, ਤਾਂ ਮੇਰੇ ਅੱਜ ਵੀ ਦਿਨ ਯਾਦ ਆ ਵੀ ਜਦੋਂ ਮੈਂ ਸਾਈਕਲ ਚੱਕ ਕੇ ਸਕੂਲ ਨੂੰ ਜਾਂਦਾ ਤਾਂ ਮੈਨੂੰ ਉਹਨਾਂ ਨੇ ਕਿਚਨ ਦੇ ਅੰਦਰੋਂ ਭਾਂਡੇ ਮਾਂਜਦੇ ਵੀ ਮੈਨੂੰ ਬੋਲਣਾ ਆਉਂਦੀਆਂ, ਜਾਂਦੀਆਂ, ਖਾਂਦੀਆਂ, ਪੀਂਦੀਆਂ, ਇਹਨਾਂ 'ਚ ਵਿਹਾਰੀ ਪੈਂਦੀ ਆ, ਮਤਲਬ ਕਿ ਨੁਕਤਾ ਸਿਖਾਉਣਾ ਮੈਨੂੰ, ਤੇ ਉਹ ਮੇਰੇ ਹੁਣ ਤੱਕ ਨਹੀਂ ਭੁੱਲਿਆ। ਤੇ ਮੈਨੂੰ ਪੰਜਾਬੀ ਦਾ ਉਹਨਾਂ ਨੇ ਬੜਾ ਮਤਲਬ ਕਿ ਮੈਨੂੰ ਰਿਹਾ ਗਾ। ਤੇ ਫਾਦਰ ਮੇਰੇ ਸਪੋਰਟਸ ਟੀਚਰ ਸੀ, ਡੀਪੀ ਸੀ, ਤੇ ਮੈਨੂੰ ਗੁੜਤੀ ਮੈਂ ਕਹਿੰਦਾ ਮੇਰੇ ਪੇਰੈਂਟਸ ਤੋਂ ਮਿਲੀ ਆ ਪੰਜਾਬੀ ਲੈਂਗੁਏਜ ਦੀ,
ਸਪੋਰਟਸ ਦੀ ਖਾਸ ਕਰਕੇ ਮੇਰੇ ਫਾਦਰ ਸਾਹਿਬ ਨੂੰ ਰਿਕਾਰਡ ਰੱਖਣ ਦਾ ਬਹੁਤ ਸ਼ੌਂਕ ਸੀ। 1988 ਦੇ ਵਿੱਚ ਸਿਓਲ ਓਲੰਪਿਕਸ ਹੋਈਆਂ ਤੇ ਉਹਨਾਂ ਨੇ ਟੈਕਸਲਾਂ ਦਾ ਰੰਗਦਾਰ ਟੀਵੀ ਖਰੀਦਿਆ ਸੀ ਓਲੰਪਿਕਸ ਦੇਖਣ ਲਈ, ਤੇ ਮੈਂ ਉਹ 6 ਸਾਲ ਦੇ ਨੇ ਪਹਿਲੀ ਵਾਰ ਓਲੰਪਿਕਸ ਦੇਖੀ ਸੀ ਸਿਓਲ ਦੀ। ਤੇ ਫਿਰ ਪ੍ਰਮਾਤਮਾ ਨੇ ਮੌਕਾ ਦਿੱਤਾ ਤੇ ਮੈਨੂੰ ਓਲੰਪਿਕਸ ਦੇ ਵਿੱਚ ਬੀਜ਼ਿੰਗ ਜਾ ਕੇ ਓਲੰਪਿਕਸ ਦੇਖਣ ਦਾ ਮੌਕਾ ਮਿਲਿਆ ਤੇ ਮੈਨੂੰ ਘਰੋਂ ਹੀ ਇਸ ਚੀਜ਼ ਦੀ ਗੁੜਤੀ ਮਿਲੀ ਆ। ਤੇ ਅੱਜ ਵੀ ਮੰਮਾ ਗਲਤੀ ਕਰ ਦਿੰਦੇ ਤੁਹਾਡੀ ਪੰਜਾਬੀ ਦੀ, ਜਾਂ ਤੁਹਾਨੂੰ ਲੋੜ ਪੈ ਜਾਂਦੀ ਇਹਨਾਂ ਦੀ ਕਿੱਥੇ ਕੀ? ਹਾਂਜੀ, ਉਹ ਬਿਲਕੁਲ ਜੀ, ਉਹ ਕਦੇ ਅਮਰੀਕਾ ਹੁੰਦੇ ਨੇ, ਕਦੇ ਇੰਡੀਆ ਹੁੰਦੇ ਨੇ ਤੇ ਆਫਟਰ ਰਿਟਾਇਰਮੈਂਟ, ਪਰ ਉਹ ਮੈਨੂੰ ਜਦੋਂ ਵੀ ਗੱਲ ਹੁੰਦੀ ਆ, ਮੇਰੇ ਆਰਟੀਕਲ ਹੁੰਦੇ ਆ ਜਾਂ ਮੇਰਾ ਕੋਈ ਇੰਟਰਵਿਊ ਹੁੰਦੇ ਆ ਤੇ ਜੇ ਕੋਈ ਹੋਵੇ ਤਾਂ ਮੈਨੂੰ ਗਲਤੀ ਜ਼ਰੂਰ ਦੱਸਦੇ ਆ। ਇੱਕ ਮਾਵਾਂ ਨੂੰ ਹਮੇਸ਼ਾ ਪੁੱਤਾਂ ਦਾ ਹੁੰਦਾ ਜਿਵੇਂ ਬਣਾ ਸਜਾ ਕੇ ਤਿਆਰ ਹੋ ਕੇ ਭੇਜਣਾ। ਕਿਸੇ ਜੇ ਮੇਰੇ ਇੰਟਰਵਿਊ 'ਚ ਜਾਂ ਮੈਨੂੰ ਟੀਵੀ 'ਚ ਡਰੈਸ ਆਪਣਾ ਠੀਕ ਹੋਵੇ ਤਾਂ ਮੈਨੂੰ ਮਦਰ ਇਹ ਵੀ ਕਹਿ ਦਿੰਦੀ ਆ ਤੂੰ ਅੱਜ ਆਹ ਕਮੀਜ਼ ਪਾਉਣੀ ਸੀ। ਇੱਥੋਂ ਤੱਕ ਵੀ ਖਿਆਲ ਰੱਖਦੇ ਨੇ। ਫਾਦਰ ਮੇਰੇ ਸਪੋਰਟਸ ਨਾਲ ਸੰਬੰਧਿਤ ਨੇ, ਕੋਈ ਸਪੋਰਟਸ ਦੀ ਗੱਲ ਹੋਵੇ, ਹੁਣ ਵੀ ਮੈਂ ਕੋਈ ਕਿਤਾਬ ਲਿਖਦਾਗਾ ਤਾਂ ਉਹਨਾਂ ਨੂੰ ਸਪੋਰਟਸ ਦਾ ਬੜਾ ਸ਼ੌਂਕ ਆ, ਤਾਂ ਮੈਂ ਹਰ ਕਿਤਾਬ ਦੀ PDF ਪਹਿਲਾਂ ਫਾਦਰ ਸਾਹਿਬ ਨੂੰ ਸੈਂਡ ਕਰ ਦੇਣਾ WhatsApp 'ਤੇ, ਉਹ ਦੇਖਦੇ ਆ। ਕੋਈ ਗਲਤੀ ਹੋਵੇ ਜਾਂ ਕੋਈ ਕੰਟੈਂਟ ਹੋਵੇ ਤੇ ਮੈਂ ਪਹਿਲੀ ਡਿਸਕਸ਼ਨ ਆਪਣੇ ਫਾਦਰ ਨਾਲ ਕਰਦਾਗਾ ਕੋਈ ਵੀ ਆਰਟੀਕਲ ਲਿਖਾਂ। ਬਹੁਤ ਹੀ ਵਧੀਆ। ਸੋ ਮੰਮਾ ਤੇ ਪਾਪਾ ਦਾ ਵਧੀਆ ਤੁਸੀਂ ਸੁਮੇਲ ਬਣਾ ਕੇ ਤੇ ਆਪਣਾ ਕਰੀਅਰ ਕੀਤਾ। ਸੋ ਜਿਵੇਂ ਤੁਹਾਡੀ ਬੇਟੀਆਂ ਮਨਸਾਂਝ, ਗੁਲਨਾਜ਼, ਪਹਿਲਾਂ ਤੇ ਨਾਮ ਕਿੰਨੇ ਰੱਖੇ ਦੱਸੋ? ਨਾਮ ਤੁਸੀਂ ਬੜਾ ਸੋਹਣਾ ਪੁੱਛਿਆ। ਮਨਸਾਂਝ ਨਾਮ ਰੱਖਿਆ ਸੀ, ਤੁਹਾਨੂੰ ਬੜੀ ਹੈਰਾਨੀ ਹੋਏਗੀ, ਗੁਰਭਜਨ ਸਿੰਘ ਗਿੱਲ ਜੀ ਨਾਲ ਗੱਲ ਕੀਤੀ ਮੈਂ ਤੇ ਮਨਸਾਂਝ ਦੀ ਮਾਸੀ ਜੀ ਨੇ ਸੁਮਨਪ੍ਰੀਤ ਉਹਨਾਂ ਨੂੰ ਨਾਮ ਪਸੰਦ ਆਇਆ। ਗੁਲਨਾਜ਼ ਨਾਲ ਰਾਣਾ ਰਣਵੀਰ ਜੀ ਨੇ ਰੱਖਿਆ ਕਿਉਂਕਿ ਰਾਣਾ ਰਣਵੀਰ ਮੇਰੇ ਯੂਨੀਵਰਸਿਟੀ ਦੇ ਨਾਲ ਤੋਂ ਦੋਸਤ ਸੀ, ਵੱਡਾ ਭਰਾ ਸੀ ਤੇ ਰਾਣਾ ਰਣਵੀਰ ਤੋਂ ਮੈਂ ਬੜਾ ਪ੍ਰਭਾਵਿਤ ਸੀ, ਆਰਟਿਸਟ ਸੀ, ਕ੍ਰੀਏਟਿਵ ਸੀ। ਤੇ ਮੈਂ ਜਦੋਂ ਨਾਮ ਸੋਚ ਰਿਹਾ ਸੀ 3-4 ਨਾਮ ਸੋਚੇ ਤੇ ਰਾਣਾ ਰਣਵੀਰ ਨੇ ਕਿਹਾ ਵੀ ਗੁਲਨਾਜ਼ ਨਾਂ ਅੱਛਾ ਰਹੇਗਾ, ਥੋੜਾ ਜਿਹਾ ਹੁੰਦਾ ਵੀ ਯੂਨੀਕ ਨਾਮ ਰੱਖੀਏ ਬੱਚਿਆਂ ਦਾ, ਤੇ ਇਸ ਕਰਕੇ ਗਿੱਲ ਸਾਹਿਬ ਨੇ ਵੀ ਨਾਮ ਸੁਜੈਸਟ ਕੀਤਾ, ਸੁਮਨਪ੍ਰੀਤ ਕੌਰ ਜੀ ਨੇ ਵੀ, ਤੇ ਰਾਣਾ ਰਣਵੀਰ ਜੀ ਨੇ ਫਿਰ ਗੁਲਨਾਜ਼ ਰੱਖਿਆ। ਹੁਣ ਤੇ ਜ਼ਮਾਨਾ ਬਹੁਤ ਚੇਂਜ ਹੋ ਰਿਹਾ ਹੌਲੀ ਹੌਲੀ, ਸਾਰੇ ਨਾ ਹੁਣ ਮੁੰਡੇ ਤੇ ਕੁੜੀ 'ਚ ਕੋਈ ਫਰਕ ਨਹੀਂ ਰਿਹਾ ਤੇ ਸਾਰੇ ਬਹੁਤ ਬੇਟੀਆਂ ਨੂੰ ਵੀ ਬੜੀ ਪੋਜ਼ਿਟਿਵਲੀ ਲੈ ਰਹੇ ਆ। ਠੀਕ ਹੈ, ਤੁਹਾਡੇ ਮਨ ਦੀ ਕਿੱਦਾਂ ਦੀ ਫੀਲਿੰਗ ਹੈ ਕਿ ਤੁਹਾਡੇ 2 ਬੇਟੀਆਂ? ਬਿਲਕੁਲ ਜੀ, ਮੈਨੂੰ ਬਿਲਕੁਲ ਸੱਚੀ ਗੱਲ ਦੱਸਾਂ, ਮੈਂ ਜਦੋਂ ਮੇਰੀ ਬੇਟੀਆਂ ਦਾ ਬਰਥ ਹੋਇਆ ਤੇ ਮੈਂ ਬੜੀ ਖੁਸ਼ੀ ਮਨਾਈ ਤੇ ਮੈਂ ਆਫਿਸ 'ਚ ਪਾਰਟੀ ਵੀ ਕੀਤੀ ਤੇ ਇੱਥੋਂ ਤੱਕ ਕਿ ਨਾ ਜਿਵੇਂ ਅੱਜ ਕੱਲ੍ਹ ਤੁਸੀਂ ਬੜੀ ਸੋਹਣੀ ਗੱਲ ਕੀਤੀ ਵੀ ਆਪਣਾ ਕੋਈ ਫਰਕ ਨਹੀਂ ਮੰਨਦੇ, ਕਈ ਵਾਰ ਆਪਣੀ ਸੁਸਾਇਟੀ 'ਚ ਹਜੇ ਵੀ ਨਾ ਕਿਸੇ ਨੂੰ ਫਰਕ ਲੱਗਦਾ ਹੁੰਦਾ। ਤੇ ਮੈਂ ਨਾ ਮੇਰੇ ਪੇਰੈਂਟਸ ਬੜੇ ਇਸ ਚੀਜ਼ ਨੂੰ ਬੜੇ ਪੋਜ਼ਿਟਿਵ ਨੇ, ਬੜੇ ਉਹ ਵੀ ਸਟੇਟ ਫਾਰਵਰਡ ਨੇ। ਤੇ ਮੈਂ ਪੇਰੈਂਟਸ ਦੀ ਗੱਲ ਸੁਣਾਵਾਂਗਾ, ਜਦੋਂ ਬੇਟੀ ਦਾ ਬਰਥ ਹੋਇਆ ਨਾ, ਜਿਵੇਂ ਪਿੰਡ 'ਚ ਫੋਨ ਆਉਂਦਾ ਗਾ ਤਾਂ ਮੈਨੂੰ ਅੱਗੇ ਵਾਲੇ ਦੀ ਆਵਾਜ਼ ਤਾਂ ਨਹੀਂ ਸੁਣੀ ਵੀ ਕੀ ਕਹਿ ਰਿਹਾ, ਪਰ ਮੇਰੀ ਮਦਰ ਦੇ ਜਿਹੜੇ ਜਵਾਬ ਸੀ ਉਹ ਤੋਂ ਮੈਨੂੰ ਲੱਗਿਆ ਵੀ ਕੋਈ ਗੱਲ ਕਹੀ ਹੋਣੀ ਆ। ਤਾਂ ਮੇਰੀ ਮਦਰ ਕਹਿੰਦੀ ਵੀ ਸਾਨੂੰ ਬਹੁਤ ਖੁਸ਼ੀ ਹੈ, ਸਾਡੇ ਲਈ ਹਰ ਜੀਵ ਪ੍ਰਮਾਤਮਾ ਜੀ ਆ ਤੇ ਅਸੀਂ ਉਹਨਾਂ ਦੀ ਬੜੀ ਹਰ ਦਿਨ ਮਨਾਈ ਤੇ ਕੱਲ ਡਾਟਰਸ ਡੇ ਬਣਾਇਆ ਤੇ ਬੜਾ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾਗਾ। ਸੱਚ ਦੱਸਿਓ, ਜਦੋਂ ਕਿਉਂਕਿ ਮੇਰੀ ਵਾਈਫ ਹੁਣੀ 2 ਸਿਸਟਰਸ ਨੇ ਤੇ ਉਹ ਜਿਸ ਤਰ੍ਹਾਂ ਮਤਲਬ ਕਿ ਆਪਣੇ ਪੇਰੈਂਟਸ ਦੀ, ਆਪਣੇ ਮਦਰ ਉਹਨਾਂ ਦੇ ਹੈਗੇ ਨੇ, ਉਹਨਾਂ ਦੀ ਕੇਅਰ ਕਰਦੇ ਆ ਤੇ ਮੇਰੇ ਹੁਣ ਪੇਰੈਂਟਸ ਆ ਤੇ ਉਹਨਾਂ ਦੀ ਮੇਰੀ ਸਿਸਟਰ ਕੇਅਰ ਕਰਦੀ ਆ। ਮੈਨੂੰ ਲੱਗਦਾ ਵੀ ਕੁੜੀਆਂ ਪੇਰੈਂਟਸ ਦਾ ਜ਼ਿਆਦਾ ਕੇਅਰ ਕਰਦੀਆਂ ਤੇ ਇਸ ਕਰਕੇ ਕੁੜੀਆਂ ਬਲੈਸਿੰਗਸ ਨੇ ਜੀ। ਮਤਲਬ ਕਿ ਮੈਂ ਕਹਿੰਦਾ ਵੀ ਇਸ ਕਰਕੇ ਕਦੇ ਕਦੇ ਮੈਨੂੰ ਲੱਗਦਾ ਬੜਾ ਅਦਬ ਬਣਿਆ ਰਹਿੰਦਾ, ਅਦਬ ਬਣਿਆ। ਹਾਂ ਬਿਲਕੁਲ, ਕਿਉਂਕਿ ਮੇਰੇ ਘਰ 'ਚ ਮੇਰੇ ਸਿਸਟਰ ਸੀ ਤਾਂ ਮੇਰੇ ਕਈ ਜਿਹਨਾਂ ਦੋਸਤਾਂ ਦੇ ਸਿਸਟਰ ਨਹੀਂ ਸੀ ਤਾਂ ਅਕਸਰ ਕਿਹਾ ਜਾਂਦਾ ਸੀ ਵੀ ਡਿਸਿਪਲਿਨਡ ਲਾਈਫ ਨਹੀਂ ਹੁੰਦੀ। ਮੈਂ ਹੋਸਟਲ 'ਚ ਰਿਹਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਹੋਸਟਲ ਦਾ ਕਮਰਾ ਮੈਂ ਸਜਾ ਕੇ ਰੱਖਣਾ, ਸਵਾਰ ਕੇ ਰੱਖਣਾ। ਉਹ ਜਿੰਨਾ ਘਰਾਂ ਦੇ ਵਿੱਚ ਕਹਿੰਦੇ ਔਰਤਾਂ ਨਹੀਂ ਹੁੰਦੀਆਂ, ਕੁੜੀਆਂ ਨਹੀਂ ਹੁੰਦੀਆਂ, ਉਹਨਾਂ ਦਾ ਡਿਸਿਪਲਿਨ ਹੋਰ ਤਰ੍ਹਾਂ ਦਾ ਹੁੰਦਾ। ਤੇ ਜੇ ਔਰਤਾਂ ਵਾਲੇ ਕੁੜੀਆਂ ਵਾਲੇ ਘਰ, ਮੈਂ ਕੱਲ ਤਰਲੋਚਨ ਲੋਚੀ ਦੀ ਗੱਲ ਕਰ ਰਿਹਾ ਸੀ, ਕਹਿੰਦੇ ਜ਼ਾਲਮ ਕਹਿਣ ਬਲਾਵਾਂ ਹੁੰਦੀਆਂ, ਧੀਆਂ ਤਾਂ ਕਵਤਾਵਾਂ ਹੁੰਦੀਆਂ। ਮਤਲਬ ਕਿ ਉਹ ਗੱਲ ਆ ਵੀ ਕੁੜੀਆਂ ਬਲੈਸਿੰਗਸ ਨੇ ਜੀ। ਬਿਲਕੁਲ, ਹੁਣ ਤਾਂ ਹਰ ਖੇਡਾਂ ਦੀ ਤੁਸੀਂ ਗੱਲ ਕਰਦੇ ਹੋ, ਖੇਡਾਂ 'ਚ ਜਿਵੇਂ ਕੁੜੀਆਂ ਨੇ ਤਰੱਕੀ ਕੀਤੀ ਆ, ਹਰ ਫੀਲਡ ਦੇ ਵਿੱਚ ਤਰੱਕੀ ਕੀਤੀ। ਕਿ ਖੇਡਾਂ ਕਿਉਂ ਰਿਜ਼ਲਟ ਆਉਣਗੇ ਤਾਂ ਅਖਬਾਰਾਂ ਦੀ ਸੁਰਖੀ ਹੁੰਦੀਆਂ, ਧੀਆਂ ਨੇ ਬਾਜੀ ਮਾਰੀ ਹਰ ਚੀਜ਼। ਹੁਣ ਤਾਂ ਕਿਸੇ ਚੀਜ਼ ਵੀ ਪਿੱਛੇ ਨਹੀਂ ਰਹੀਆਂ ਕੁੜੀਆਂ ਜੀ। ਤੇ ਇਸ ਕਰਕੇ ਤੁਸੀਂ ਬੜੇ ਮੋਟੀਵੇਸ਼ਨ ਹੋ, ਤੁਸੀਂ ਬੜੇ ਪ੍ਰੇਰਨਾ ਸਰੋਤ ਕੁੜੀਆਂ ਲਈ। ਤੁਸੀਂ ਕਿਵੇਂ ਕੰਮ ਕਰਦੇ ਹੋ, ਤੁਸੀਂ ਪਿੰਡ ਦੀ ਗੱਲ ਕੀਤੀ, ਤੁਸੀਂ ਟਾਂਗਰਾ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਇੱਕ ਆਪਣਾ ਸਿੰਬਾ ਕੋਟਸ ਸ਼ੁਰੂ ਕੀਤਾ, IT ਸੋਲਿਊਸ਼ਨ ਕੰਪਨੀ, ਤੁਸੀਂ ਡਿਜੀਟਲ ਮਾਰਕੀਟਿੰਗ ਦੇ ਵਿੱਚ ਯੂਥ ਨੂੰ ਮੌਕਾ ਦਿੱਤਾ ਗਾ। ਇਸ ਕਰਕੇ ਹੁਣ ਕੋਈ ਵੀ ਚੀਜ਼ ਕਿਸੇ ਲਈ ਘੱਟ ਨਹੀਂ। ਤੇ ਹੁਣ ਤਾਂ ਸਪੋਰਟਸ ਦੇ ਵਿੱਚ ਵੀ ਐ ਹੋ ਗਿਆ ਜੀ, ਫਲੈਗ ਬੀਰਰ ਅੱਗੇ ਇਕੱਲਾ ਮੁੰਡਾ ਜਾਂ ਕੁੜੀ ਬਣਦੇ ਸੀ, ਹੁਣ ਕੁੜੀ ਤੇ ਮੁੰਡਾ ਮਿਕਸ ਬਣਦੇ ਆ, ਇੱਕ ਫਲੈਗ ਲੈ ਕੇ ਜੋੜਦੇ ਆ। ਹੁਣ ਮਿਕਸਡ ਰਿਲੇ ਰੇਸ ਹੁੰਦੀ ਆ, ਹੁਣ ਕੁੜੀਆਂ ਮੁੰਡੇ ਹਰ ਗੇਮ 'ਚ ਬਰਾਬਰ ਖੇਡਦੇ ਆ। ਹੁਣ ਤਾਂ ਸਭ ਕੁਝ ਵਧੀਆ। ਸੋ ਮੇਰੀ ਬੜੀ ਪਿਆਰੀ ਦੋਸਤ ਆ ਅਵਨੀਤ, ਸੋ ਉਹਨੂੰ ਤੁਸੀਂ ਬੜਾ ਥਰੂ ਆਊਟ ਕਵਰ ਕੀਤਾ
ਤੇ ਮੈਂ ਦੇਖਿਆ ਕਿ ਕਾਫੀ ਇਵੈਂਟਸ ਤੁਹਾਡੇ ਕਾਮਨ ਰਹੇ। ਬਿਲਕੁਲ ਠੀਕ ਹੈ, ਜੀ। ਸੋ ਉਹਨਾਂ ਨਾਲ ਤੁਹਾਡਾ ਸਫ਼ਰ ਕਿੱਦਾਂ ਦਾ ਰਿਹਾ? ਅਵਨੀਤ ਸਿੱਧੂ ਤੋਂ ਪਹਿਲਾਂ ਤਾਂ ਮੈਨੂੰ ਇਹ ਮਾਣ ਹੋਇਆ ਕਿਉਂਕਿ ਉਹ ਬਠਿੰਡੇ ਦੀ ਸੀ, ਮੈਂ ਬਰਨਾਲੇ ਦਾ। ਇਲਾਕਾ ਇੱਕ ਸੀਗਾ, ਹਾਲਾਂਕਿ ਸਾਰੀ ਦੁਨੀਆ ਇੱਕ ਸਾਡੀ ਦਾ। ਮੈਂ ਜਲੰਧਰ ਉਦੋਂ ਰਿਪੋਰਟਿੰਗ ਕਰਦਾ ਹੁੰਦਾ ਸੀ, ਤੇ ਅਵਨੀਤ ਜਦੋਂ ਇੰਡੀਆ ਟੀਮ ਸਿਲੈਕਟ ਹੋਈ ਨਾ 2005 ਦੇ ਵਿੱਚ, ਤਾਂ ਮੈਨੂੰ ਇੱਕ ਆਨਰ ਜਿਹਾ ਹੋਇਆ ਵੀ ਮੇਰੇ ਮਾਲਵੇ ਦੀ ਕੁੜੀ ਸਿਲੈਕਟ ਹੋਈ ਆ। ਤੇ ਮੈਂ 2005 ਤੋਂ ਅਵਨੀਤ ਨੂੰ ਫੋਲੋ ਕਰ ਰਿਹਾ ਸੀ। ਮੈਲਬੌਰਨ ਖੇਡਣ ਗਈ ਉਹ 2006 ਚ, ਉਸਨੇ 10 ਮੀਟਰ 에ਅਰ ਰਾਈਫਲ ਚ 골ਡ ਮੈਡਲ ਜਿੱਤਿਆ ਤੇ ਸਿਲਵਰ ਜਿੱਤਿਆ। ਉਸ ਤੋਂ ਬਾਅਦ ਤਾਂ ਫਿਰ ਦੇਖੋ ਅਵਨੀਤ ਦੀ ਫਸਟ ਇੰਟਰਵਿਊ ਕੀਤੀ ਮੈਂ, ਉਹਦੇ ਘਰ ਮੈਂ ਗਿਆ, ਉਹਦੇ ਉਸ ਟਾਈਮ ਅਵਨੀਤ ਘਰ ਨਹੀਂ ਸੀ, ਉਹਦੇ ਮਦਰ ਨਾਲ ਮਿਲਿਆ। ਇੰਦਰਜੀਤ ਕੌਰ ਜੀ ਨੇ ਇਸ ਦੁਨੀਆ ਵਿੱਚ ਨਹੀਂ ਰਹੇ, ਪਰ ਉਹਨਾਂ ਦੀ ਬੜੀ ਵੱਡੀ ਕੰਟਰੀਬਿਊਸ਼ਨ ਆ। ਉਹਨਾਂ ਦੇ ਫਾਦਰ ਅਮਰਤਪਾਲ ਜੀ ਦੀ, ਉਹਨਾਂ ਦੇ ਦਾਦਾ ਦਾਦੀ ਜੀ, ਭੂਆ ਜੀ, ਸਾਰੀ ਫੈਮਿਲੀ, ਮਨਮੀਤ ਵੀ ਉਹਨਾਂ ਦਾ ਬ੍ਰਦਰ। ਤੇ ਉਸ ਤੋਂ ਬਾਅਦ ਤਾਂ ਫਿਰ ਐਂ ਸਫ਼ਰ ਹੋਇਆ ਵੀ ਅਸੀਂ ਇਕੱਠੇ ਦੋਹਾ ਗਏ ਏਸ਼ੀਅਨ ਗੇਮਾਂ 'ਚ। ਮੇਰੀ ਪਹਿਲੀ ਏਸ਼ੀਅਨ ਗੇਮ ਸੀ, ਅਵਨੀਤ ਦੀ ਵੀ ਪਹਿਲੀ ਏਸ਼ੀਅਨ ਗੇਮਸ, ਉਹਦਾ ਬ੍ਰੌਂਜ਼ ਮੈਡਲ ਆਇਆ। ਫਿਰ ਦੇਖੋ ਬੀਜ਼ਿੰਗ ਓਲੰਪਿਕਸ 'ਚੋਂ ਅਵਨੀਤ ਓਲੰਪਿਕ ਖੇਡਣ ਗਈ, ਪਹਿਲੀ ਪੰਜਾਬ ਦੀ ਸ਼ੂਟਰ ਓਲੰਪੀਅਨ। ਮੈਂ ਉਦੋਂ ਓਲੰਪਿਕ ਕਵਰ ਕਰਨ ਗਿਆ, ਉੱਥੇ ਸਾਨੂੰ ਖਬਰ ਮਿਲੀ 8 ਅਗਸਤ ਨੂੰ ਅਵਨੀਤ ਨੂੰ ਅਰਜੁਨ ਅਵਾਰਡ ਮਿਲ ਰਿਹਾ। ਅਸੀਂ ਬੀਜ਼ਿੰਗ 'ਚ ਖੁਸ਼ੀ ਸਾਂਝੀ ਕੀਤੀ। ਉੱਥੇ ਹੁਸੈਨ ਬੋਲਟ ਤੇ ਅਭਿਨਵ ਬਿੰਦਰ ਨੂੰ ਅਵਨੀਤ ਨੇ ਦੇਖਿਆ ਤੇ ਮੈਂ ਦੇਖਿਆ। ਤੇ ਉਦੋਂ ਤੋਂ ਸਫ਼ਰ ਜਾਰੀ ਆ। ਤੇ ਮੈਂ ਅਵਨੀਤ ਨੂੰ ਅਵਨੀਤ ਨੇ ਮੇਰੇ ਵਿਆਹ ਤੇ ਭੰਗੜਾ ਵੀ ਪਾਇਆ ਹੋਇਆ ਹੈਗਾ। ਤੇ ਮੇਰੇ ਘਰ ਦੇ ਵਿੱਚ ਉਦੋਂ ਨਾ ਜਦੋਂ ਬੜਾ ਚਾਅ ਸੀ, ਸੁਰਿੰਦਰ ਸੋਢੀ ਹਾਕੀ ਓਲੰਪੀਅਨ ਵੀ ਬਰਾਤ ਵਿੱਚ ਆਏ ਸੀ ਤੇ ਅਵਨੀਤ ਵੀ ਨੱਚ ਰਹੀ ਸੀ, ਸੁਰਿੰਦਰ ਸੋਢੀ ਵੀ। ਮੈਂ ਕਿਹਾ ਮੇਰੇ ਲਈ ਆਨਰ ਵਾਲੀ ਗੱਲ ਕੀ ਹੋਈ ਕਿ 2 ਓਲੰਪੀਅਨ ਮੇਰੀ ਬਰਾਤ ਦੇ ਵਿੱਚ ਨੱਚ ਰਹੇ ਆ। ਤੇ ਅਵਨੀਤ ਨਾਲ ਮੇਰੇ ਫੈਮਿਲੀ ਰਿਲੇਸ਼ਨ ਆ, ਉਹਦੇ ਫਾਦਰ ਨਾਲ ਮੇਰਾ ਬੜਾ ਪਿਆਰ ਆ, ਉਹਦੀ ਸਾਰੀ ਫੈਮਿਲੀ ਨਾਲ ਹੀ। ਤੇ ਬੜੀ ਅੱਛੀ, ਜਿਹਨੂੰ ਕਹਿੰਦੇ ਮੈਂ ਸਹੀ ਮਾਇਨੇ ਚ ਰੋਲ ਮਾਡਲ ਕਹਿੰਦਾ, ਜੁੜਤ ਵਾਲੀ ਕੁੜੀ ਆ, ਦਬੰਗ ਆ, ਐਜ਼ ਪੁਲਿਸ ਅਫਸਰ ਬਹੁਤ ਅੱਛਾ ਕੰਮ ਕੀਤਾ। ਤੇ 2010 ਤੋਂ ਬਾਅਦ ਤਾਂ ਬਹੁਤ ਕੁੜੀਆਂ ਦੇ ਨਾਂ ਅਵਨੀਤ ਰੱਖੇ ਗਏ ਮਾਲਵੇ ਦੇ ਵਿੱਚ। ਇਹ ਉਹਦੇ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਆ ਅਵਨੀਤ ਲਈ। ਤੇ ਮੈਨੂੰ ਚੰਗਾ ਲੱਗਦਾ ਤੁਸੀਂ ਵੀ ਉਸ ਸਰਕਲ ਦੇ ਵਿੱਚੋਂ, ਅਵਨੀਤ ਤੁਹਾਨੂੰ ਮੋਟੀਵੇਟ ਕਰਦੇ ਹੋ, ਤੁਸੀਂ ਅਵਨੀਤ ਨੂੰ ਕਰਦੇ ਹੋ, ਇੱਕ ਦੂਜੇ ਨੂੰ ਐਪਰੀਸ਼ੀਏਟ ਕਰਦੇ ਹੋ, ਤੇ ਬਹੁਤ ਚੰਗਾ ਲੱਗਦਾ ਜੀ। ਹਾਂਜੀ ਹਾਂਜੀ। ਸੋ ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ, ਤੁਸੀਂ ਜਰਨਲਿਜ਼ਮ ਚੂਜ਼ ਕੀਤਾ ਹੈ ਨਾ, ਸੋ ਤੁਹਾਨੂੰ ਕਿੰਨੇ ਇੰਸਪਾਇਰ ਕੀਤਾ ਕਿ ਤੁਸੀਂ ਨਾਰਮਲ ਕੋਈ ਡਿਗਰੀ ਨਹੀਂ, ਤੁਸੀਂ ਜਰਨਲਿਜ਼ਮ ਨੂੰ ਹੀ ਉਸ ਟਾਈਮ ਦੇ ਵਿੱਚ ਨਾ ਇੰਨੇ ਸਾਲ ਪਹਿਲਾਂ ਇਸ ਪ੍ਰੋਫੈਸ਼ਨ ਨੂੰ ਚੂਜ਼ ਕੀਤਾ? ਇਹ ਵੀ ਬੜਾ ਅਜੀਬ ਕਿੱਸਾ ਜੀ, ਕਿਉਂਕਿ ਮੇਰੇ ਪੇਰੈਂਟਸ ਟੀਚਰ ਸੀ। ਉਹ ਮੈਨੂੰ ਟੀਚਰ ਬਣਾਉਣਾ ਚਾਹੁੰਦੇ ਸੀ। ਉਹਨਾਂ ਨੇ ਪਹਿਲਾਂ ETT ਕੋਰਸ ਲਈ ਮੈਨੂੰ ਕਿਹਾ, ਫਿਰ B.Ed ਕੋਰਸ ਲਈ ਕਿਹਾ, ਤੇ ਮੈਂ ਟੀਚਿੰਗ ਲਾਈਨ 'ਚ ਮੇਰਾ ਇੰਟਰਸਟ ਨਹੀਂ ਸੀ। ਸੱਚ ਦੱਸਿਓ, ਮੈਂ SD ਕਾਲਜ ਬਰਨਾਲਾ 'ਚ ਪੜ੍ਹਦਾ ਸੀ, ਤੇ ਮੈਂ ਉਦੋਂ ਅਖਬਾਰਾਂ 'ਚ ਆਰਟੀਕਲ ਲਿਖਦਾ ਸੀਗਾ। ਉਸ ਸਮੇਂ ਮੇਰੇ ਅਖਬਾਰਾਂ ਦੇ ਵਿੱਚ ਆਰਟੀਕਲ ਛਪਣ ਲੱਗ ਗਏ BA ਸੈਕੰਡ ਈਅਰ 'ਚ। ਤੇ ਮੈਨੂੰ ਉਸ ਵੇਲੇ ਇਹ ਨਹੀਂ ਪਤਾ ਸੀ ਕਿ ਫਾਰਮਲ ਜਰਨਲਿਜ਼ਮ ਦੀ ਡਿਗਰੀ ਕਿਵੇਂ ਹੁੰਦੀ ਆ, ਉਹਦੀ ਕਿਵੇਂ ਤਿਆਰੀ ਕਰਨੀ ਹੈ, ਕਿਵੇਂ ਐਡਮਿਸ਼ਨ ਲੈਣੀ ਆ। ਉਦੋਂ ਤੱਕ ਤਾਂ ਪਤਾ ਹੁੰਦਾ ਸੀ B.Ed ਦਾ ਕੋਰਸ ਕਰਾਂਗੇ ਤਾਂ B.Ed ਟੀਚਰ ਬਣ ਜਾਵਾਂਗੇ। ਤੇ ਉਸ ਟਾਈਮ ਤੱਕ ਤਾਂ ਇਹ ਗੱਲਾਂ ਨਹੀਂ ਪਤਾ ਸੀ ਵੀ ਤੁਸੀਂ ਕਿਸ ਤਰ੍ਹਾਂ ਜਰਨਲਿਸਟ ਬਣਨਾ। ਤੇ ਆਮ ਤੌਰ ਤੇ ਜਿਹੜੀ ਆਪਾਂ ਦੇਖਦੇ ਹਾਂ ਜਰਨਲਿਜ਼ਮ ਕਰਦੇ ਨੇ ਵਿਦਆਊਟ ਮਾਸਟਰ ਡਿਗਰੀ ਜਾਂ ਵਿਦ ਸਟੱਡੀ ਤੋਂ, ਪਿੰਡਾਂ ਦੇ ਸ਼ਹਿਰਾਂ ਦੀ ਜਰਨਲਿਜ਼ਮ ਆ ਵੱਖਰੀ ਹੁੰਦੀ। ਤਾਂ ਮੇਰੇ ਕਾਲਜ 'ਚ 3 ਟੀਚਰ ਸੀ, ਬੜਾ ਮੇਰਾ ਪ੍ਰਭਾਵ ਆ ਉਹਨਾਂ ਦਾ। ਪ੍ਰੋਫੈਸਰ ਰਵਿੰਦਰ ਭੱਠਲ ਪੰਜਾਬੀ ਦੇ, ਜਿਨ੍ਹਾਂ ਨੇ ਪ੍ਰੋਫੈਸਰ ਸਰਬਜੀਤ ਔਲਖ, ਇੱਕ ਮੈਡਮ ਰੀਤੂ, ਤੇ ਇੱਕ ਪ੍ਰੋਫੈਸਰ ਸੁਖਵੀਰ ਵੀਲਾ ਜੀ। ਉਹਨਾਂ ਨੇ BA ਸੈਕੰਡ ਈਅਰ 'ਚ ਮੈਨੂੰ ਗਾਈਡ ਕੀਤਾ, ਰੀਤੂ ਮੈਡਮ ਨੇ। ਉਹਨਾਂ ਨੇ ਖੁਦ ਜਰਨਲਿਜ਼ਮ ਕੀਤੀ ਸੀ ਵੀ ਤੇਰਾ ਇੰਟਰਸਟ ਜਰਨਲਿਜ਼ਮ 'ਚ ਹੈ, ਤੂੰ ਪ੍ਰੋਪਰ ਜਰਨਲਿਜ਼ਮ ਦੀ ਡਿਗਰੀ ਕਰ। ਫਿਰ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਰਨਲਿਜ਼ਮ ਦਾ ਐਗਜ਼ਾਮ ਦਿੱਤਾ ਤੇ ਮਾਸਟਰ ਇਨ ਜਰਨਲਿਜ਼ਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਤੇ MA ਪੰਜਾਬੀ ਮੈਂ ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਤੇ ਫਿਰ ਪੰਜਾਬੀ ਟ੍ਰਿਬਿਊਨ ਤੋਂ ਮੇਰਾ ਜਲੰਧਰ ਤੋਂ ਸਟਾਰਟ ਹੋਇਆ। ਪੰਜਾਬੀ ਟ੍ਰਿਬਿਊਨ 'ਚ ਕੰਮ ਕਰਦੇ ਕਰਦੇ ਫਿਰ ਪੰਜਾਬ ਗਵਰਨਮੈਂਟ 'ਚ ਮੈਂ ਪਬਲਿਕ ਰਿਲੇਸ਼ਨ ਜੌਬ ਦੇ ਵਿੱਚ ਆਇਆ। ਸੋ ਆਲਮੋਸਟ ਆਈ ਥਿੰਕ 20 ਸਾਲ ਹੋ ਚੱਲੇ ਤੁਹਾਨੂੰ ਤੁਹਾਡੇ ਪੂਰੇ ਕੈਰੀਅਰ? ਮੇਰਾ 22 ਸਾਲ ਹੋ ਗਏ। ਮੇਰਾ ਫਸਟ ਆਰਟੀਕਲ ਜੁਲਾਈ, ਮੇਰੇ ਅੱਜ ਵੀ 28 ਜੁਲਾਈ 2001 ਨੂੰ ਛਪਿਆ ਸੀ। ਤੇ ਪੂਰੇ 22 ਸਾਲ ਹੋ ਗਏ ਮੈਨੂੰ ਜਰਨਲਿਜ਼ਮ ਦੇ ਲਿਖਦੇ ਆ, ਪੜ੍ਹਦੇ ਆ। ਤੇ ਪਰ ਮੈਨੂੰ ਇਹ ਲੱਗਦਾ ਵੀ ਇਹ ਸਫ਼ਰ ਹਜੇ ਸ਼ੁਰੂਆਤ ਆ। ਮੈਂ ਤਾਂ ਹਜੇ ਕਹਿੰਦਾ ਹਜੇ ਪੁਲਾਂਘ ਪੱਟੀ ਆ, ਤੇ ਹਜੇ ਤਾਂ ਬਹੁਤ ਦਿਲ ਕਰਦਾ ਹੋਰ ਬਹੁਤ ਕੁਝ ਕਰਨਾ ਗਾ। ਬਹੁਤ ਡ੍ਰੀਮਸ ਨੇ ਤੇ ਬਹੁਤ ਏਮਸ ਨੇ, ਕਿਉਂਕਿ ਇਨਸਾਨ ਜੇ ਕਿਸੇ ਚੀਜ਼ ਤੇ ਲੱਗੇ ਵੀ ਹੁਣ ਬਹੁਤ ਹੋ ਗਿਆ, ਫਿਰ ਉੱਥੇ ਖੜੋਤ ਆ ਜਾਂਦੀ ਆ। ਇਸ ਕਰਕੇ ਸੋ ਤੁਸੀਂ ਕਾਫੀ ਟਰੈਵਲ ਕੀਤਾ। ਸੋ ਫਸਟ ਟਾਈਮ ਤੁਹਾਡੀ ਫਸਟ ਫਲਾਈਟ ਕਿਹੜੀ ਰਹੀ? ਫਸਟ ਫਲਾਈਟ ਮੇਰੀ ਸੀ ਦੋਹਾ ਦੀ। ਫਸਟ ਮੈਂ ਦੋਹਾ ਗਿਆ ਸੀਗਾ ਏਸ਼ੀਅਨ ਗੇਮਸ ਕਵਰ ਕਰਨ ਵਾਸਤੇ ਅਬਰੋਡ। ਤੇ ਉਦੋਂ ਮੈਂ ਏਸ਼ੀਅਨ ਗੇਮਾਂ ਕਵਰ ਕੀਤੀਆਂ ਸੀਗੀਆਂ ਕਤਰ ਦੇ ਵਿੱਚ। ਤੇ ਇੰਡੀਆ ਦੇ ਵਿੱਚ ਮੈਂ ਫਸਟ ਟਾਈਮ ਹੈਦਰਾਬਾਦ ਗਿਆ ਸੀ 2003 ਚ। ਐਫਰੋ ਏਸ਼ੀਅਨ ਗੇਮ ਸੀ, ਉੱਥੇ ਮੈਂ ਭੰਗੜਾ ਪਾਉਣ ਗਿਆ ਸੀ। ਪੰਜਾਬੀ ਯੂਨੀਵਰਸਿਟੀ ਦੀ ਮੈਂ ਭੰਗੜਾ ਟੀਮ ਚ ਮੈਂਬਰ ਸੀ। ਉੱਥੇ ਐਫਰੋ ਏਸ਼ੀਅਨ ਗੇਮਾਂ ਦੀ ਓਪਨਿੰਗ ਸੈਰਾਮਨੀ ਭੰਗੜਾ ਟੀਮ ਜਾਣੀ ਸੀ। ਤੇ ਮੈਨੂੰ ਇਹ ਸੀ ਵੀ ਗੇਮਸ ਦਾ ਬਹਾਨਾ ਮਿਲਾ, ਮੈਨੂੰ ਗੇਮਸ ਦੇਖਣ ਦਾ ਮੌਕਾ ਮਿਲੂਗਾ। ਤੇ ਅਬਰੋਡ ਮੈਨੂੰ ਪਹਿਲੀ ਵਾਰ ਕਤਰ ਜਾਂਦਾ। ਫਸਟ ਟਾਈਮ ਜੋ ਫਲਾਈਟ ਤੇ ਕਿੱਦਾਂ ਫੀਲਿੰਗ ਆ ਰਹੀ ਅੰਦਰੋਂ? ਉੱਥੇ ਮੇਰੇ ਜ਼ਿਆਦਾ ਗਲਫ 에ਅਰਲਾਈਨ ਸੀਗੀ, ਅਰੇਬੀਅਨ ਮਿਊਜ਼ਿਕ ਚੱਲ ਰਿਹਾ ਸੀ।
ਉਹ ਅਰੇਬੀਅਨ ਮਿਊਜ਼ਿਕ ਮੇਰੇ ਅੱਜ ਵੀ ਯਾਦ ਆ, ਕਿਉਂਕਿ ਛੋਟੇ ਹੁੰਦੇ ਆਲੂ ਫਲੈਲਾ ਦੇਖਦੇ ਸੀ ਨਾ, ਤੇ ਅਰੇਬੀਅਨ ਮਿਊਜ਼ਿਕ ਬੜਾ ਚੰਗਾ ਲੱਗਦਾ ਸੀ। ਤੇ ਉਹ ਫਲਾਈਟ ਦੇ ਵਿੱਚ ਅਰੇਬੀਅਨ ਮਿਊਜ਼ਿਕ ਚੱਲ ਰਿਹਾ ਸੀਗਾ ਤੇ ਬੜਾ ਮੈਸਮਰਾਈਜ਼ ਹੋਏ। ਮੇਰੀ ਫਲਾਈਟ ਉਦੋਂ ਮਸਕਟ ਸਟੇ ਸੀ ਉਹਦੀ, ਤੇ ਮਸਕਟ ਸਟੇ ਹੋ ਕੇ ਅਸੀਂ ਗਏ ਸੀਗੇ। ਤੇ ਐਕਸਾਈਟਮੈਂਟ ਬਹੁਤ ਸੀ, ਪਹਿਲੀ ਵਾਰ ਏਸ਼ੀਅਨ ਗੇਮਸ, ਕਿਉਂਕਿ ਮੇਰੀ ਉਸ ਵੇਲੇ 23 ਸਾਲ ਦੀ ਉਮਰ ਸੀ। ਤੇ ਮੈਂ ਪੂਰਾ ਜਿੰਨੇ ਇੰਡੀਆ ਤੋਂ ਜਰਨਲਿਸਟ ਗਏ ਸੀ, ਸਭ ਤੋਂ ਯੰਗੈਸਟ ਜਰਨਲਿਸਟ ਸੀ ਏਜ ਵਾਈਜ਼, ਤੇ ਇਸ ਕਰਕੇ ਬੜਾ ਐਕਸਾਈਟਮੈਂਟ ਸੀ। ਇੱਕ ਆਊਟ ਆਫ ਕੰਟਰੀ ਜਾ ਰਹੇ ਆ, ਫਲਾਈਟਸ ਜਾ ਰਹੇ ਆ, ਏਸ਼ੀਅਨ ਗੇਮਾਂ ਦੇਖਣ ਜਾ ਰਹੇ ਆ। ਜੋ ਡ੍ਰੀਮ ਕਿਸੇ ਵੇਲੇ ਟੀਵੀ ਦੇ ਅੱਗੇ ਦੇਖਿਆ, ਉਹ ਅੱਖਾਂ ਅੱਗੇ ਦੇਖਣ ਜਾ ਰਹੇ ਆ। ਸੋ ਪੱਤਰਕਾਰੀ ਦੌਰਾਨ ਜਿਵੇਂ ਹੁਣ ਵੀ ਕਰ ਰਹੇ ਹੋ ਜਾਂ ਪਿਛਲੇ 22 ਸਾਲ ਤੋਂ ਚੱਲ ਰਿਹਾ, ਸੋ ਸਪੋਰਟਸ ਦੇ ਵਿੱਚ ਜਿਹੜੇ ਆ ਉਹ ਮੇਜਰ ਜਿਹੜੇ ਆ ਇਵੈਂਟ ਕਿਹੜੇ ਰਹੇ ਤੇ ਤੁਹਾਡਾ ਕਿੱਦਾਂ ਦਾ ਤਜਰਬਾ ਰਿਹਾ ਉਹਨਾਂ ਦਾ? ਮੈਂ ਜਿਵੇਂ ਏਸ਼ੀਅਨ ਗੇਮ ਦੀ ਸਟਾਰਟ ਦੱਸਿਆ, ਉਸ ਤੋਂ ਪਹਿਲਾਂ ਮੈਂ 2004 ਚ ਪੰਜਾਬ ਚ ਹੋਈਆਂ ਸੀ ਇੰਡੋ ਪਾਕ ਗੇਮਸ, ਜਿਹੜੀਆਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਖੇਡਾਂ। ਉਹ ਮੇਰੀਆਂ ਪਹਿਲੀ ਅਸਾਈਨਮੈਂਟ ਸੀ, ਜੋ ਪ੍ਰਵਾਸੀ ਮੈਗਜ਼ੀਨ ਲਈ ਕਵਰ ਕੀਤੀਆਂ। ਫਿਰ ਏਸ਼ੀਅਨ ਗੇਮਸ ਕਵਰ ਕੀਤੀਆਂ। ਫਿਰ 2008 ਦੇ ਵਿੱਚ ਲਾਈਫ ਦਾ ਸਭ ਤੋਂ ਵੱਡਾ ਡ੍ਰੀਮ, ਕਿਉਂਕਿ ਸਪੋਰਟਸ ਨੂੰ ਓਲੰਪਿਕ ਸਭ ਤੋਂ ਪੀਕ ਦਾ ਕਿਹਾ ਜਾਂਦਾ, ਜਿਹਨੂੰ ਸਿਖਰ ਆ ਸਭ ਤੋਂ ਓਲੰਪਿਕ, ਜਿਹਨੂੰ ਖੇਡਾਂ ਦਾ ਮਹਾਕੁੰਭ ਕਹਿੰਦੇ ਆ। ਤੇ ਉਹ ਮੇਰੇ ਲਈ ਬਹੁਤ ਮੈਨੂੰ ਆਨਰ ਵਾਲੀ ਗੱਲ ਸੀ। ਜਦੋਂ ਬੀਜਿੰਗ ਕਵਰ ਕਰਨ ਗਿਆ ਮੈਂ, ਫਿਰ ਕਾਮਨਵੈਲਥ ਗੇਮਸ ਦਿੱਲੀ ਕਵਰ ਕੀਤੀਆਂ, ਤਿੰਨੋਂ ਮੇਜਰ ਗੇਮਸ ਮੈਂ ਕਵਰ ਕੀਤੀਆਂ। ਫਿਰ ਨੈਸ਼ਨਲ ਗੇਮਸ, ਨੈਸ਼ਨਲ ਚੈਂਪੀਅਨਸ਼ਿਪ, ਨੈਸ਼ਨਲ ਲੀਗਸ, ਇੰਡੀਆ ਪਾਕਿਸਤਾਨ ਟੈਸਟ ਮੈਚ ਕ੍ਰਿਕਟ ਦੇ, ਹਾਕੀ ਦੇ, ਫਿਰ ਇੰਡੀਆ ਫਰਾਂਸ ਟੈਸਟ ਸੀਰੀਜ਼, ਫਿਰ ਤਾਂ ਬਹੁਤ ਟੂਰਨਾਮੈਂਟਸ ਕਵਰ ਕੀਤੇ। 4 ਨੇਸ਼ਨ ਗੋਲਡ ਕੱਪ ਕਵਰ ਕੀਤਾ, ਤੇ ਕਾਫੀ ਟੂਰਨਾਮੈਂਟਸ ਕਵਰ ਕੀਤੇ। ਤੇ ਮੈਨੂੰ ਲੱਗਦਾ ਵੀ ਓਲੰਪਿਕਸ ਦੇਖਣ ਤੋਂ ਬਾਅਦ, ਜਿਹਨੂੰ ਕਹਿੰਦੇ ਹੁੰਦੇ ਆ ਨਾ ਸਿਖਰਲੀ ਚੀਜ਼ ਦੇਖ ਲਓ ਨਾ, ਫਿਰ ਐ ਨਹੀਂ ਲੱਗਦਾ ਕੋਈ ਚੀਜ਼ ਅਧੂਰੀ ਆ, ਤਾਂ ਫਿਰ ਸਾਰੇ ਟੂਰਨਾਮੈਂਟ ਦੇਖ ਲਏ, ਫੀਲ ਹੋਇਆ। ਤੇ ਤੁਹਾਡੇ ਪੂਰੇ ਸਫ਼ਰ ਦੌਰਾਨ ਤੁਸੀਂ ਹੁਣ ਆਪਾਂ ਜਿੱਦਾਂ ਇੱਥੇ ਬੈਠੇ, ਭਾਵੇਂ ਜਿੰਨੇ ਮਰਜ਼ੀ ਫੇਮਸ ਵੀ ਹੋਈਏ, ਸਾਨੂੰ ਏਦਾਂ ਦਾ ਮੌਕਾ ਨਹੀਂ ਮਿਲਦਾ ਕਿ ਅਸੀਂ ਇੰਨੇ ਓਲੰਪੀਅਨ ਇਕੱਠੇ ਦੇਖ ਲਈਏ, ਰਾਈਟ? ਸੋ ਤੁਹਾਨੂੰ ਜ਼ਿੰਦਗੀ 'ਚ ਇਹੋ ਜਿਹਾ ਮੌਕਾ ਮਿਲਿਆ ਕਿ ਤੁਸੀਂ ਇੰਨੇ ਸਕਸੈਸਫੁਲ ਲੋਕ ਇੱਕ ਹੀ ਪਲੇਟਫਾਰਮ ਤੇ ਇਕੱਠੇ ਬਹੁਤ ਵਾਰ ਵੇਖੇ। ਸੋ ਤੁਹਾਡੀ ਪਰਸਨਲੀ ਜੇ ਆਪਾਂ ਲਾਈਏ ਤੇ ਪਰਸਨਲ ਕੀ ਲਰਨਿੰਗ ਤੁਹਾਡੀ ਰਹੀ ਕਿ ਇੰਨੇ ਜਦੋਂ ਵੱਡੇ ਵੱਡੇ ਲੋਕਾਂ ਨੂੰ, ਇੰਨੇ ਮਿਹਨਤੀ ਲੋਕਾਂ ਨੂੰ ਇਕੱਠੇ ਇੱਕ ਪਲੇਟਫਾਰਮ ਤੇ ਦੇਖਦੇ, ਜਿੱਤ ਹੁੰਦੀ ਆ, ਹਾਰ ਹੁੰਦੀ ਆ, ਸੱਟਾਂ ਲੱਗਦੀਆਂ ਵਾ, ਕਈ ਕੁਛ ਹੁੰਦਾ, ਫਿਰ ਤੁਹਾਡੀ ਪਰਸਨਲ ਲੈਵਲ ਤੇ ਤੁਹਾਨੂੰ ਕੀ ਲੱਗਦਾ ਕਿ ਕਿਵੇਂ ਉਹਨੇ ਤੁਹਾਨੂੰ ਹੈਲਪ ਕੀਤਾ? ਦੇਖੋ ਜੀ, ਤੁਸੀਂ ਬੜੀ ਸੋਹਣੀ ਗੱਲ ਕਹੀ। ਓਲੰਪੀਅਨਸ ਦੀ, ਮੈਂ ਫਾਦਰ ਸਾਹਿਬ ਮੇਰੇ ਸਪੋਰਟਸ ਨੂੰ ਫਾਉਂਡ ਆਫ ਸੀ। ਜਿੰਨਾ ਸਪੋਰਟਸਮੈਨਾਂ ਦੀਆਂ ਮੈਨੂੰ ਗੱਲਾਂ ਸੁਣਾਉਂਦੇ ਸੀ, ਉਹਨਾਂ ਨਾਲ ਮੇਰੀ ਦੋਸਤੀ ਪੈ ਗਈ, ਤੇ ਉਹਨਾਂ ਨੇ ਮੈਨੂੰ ਆਪਣੇ ਦੋਸਤੀ ਦਾਇਰੇ 'ਚ ਲਿਆਂਦਾ। ਇੱਕ ਵਾਰ ਜਲੰਧਰ ਅਸਲਮ ਸ਼ੇਰ ਖਾਨ ਆਏ ਸੀ, ਜਿਨ੍ਹਾਂ ਨੇ 1975 ਕੁਆਲਾਲੰਪਰ ਵਰਲਡ ਕੱਪ 'ਚ ਵਿਨਿੰਗ ਗੋਲ ਕੀਤਾ ਸੀ ਸੈਮੀਫਾਈਨਲ 'ਚ। ਉਹ ਵਰਿੰਦਰ ਸਿੰਘ ਓਲੰਪੀਅਨ ਦੀ ਰਿਟਾਇਰਮੈਂਟ ਪਾਰਟੀ 'ਚ ਆਏ, ਤਾਂ ਮੈਂ ਉਹਨਾਂ ਨੂੰ ਪ੍ਰੈਸ ਕਾਨਫਰੰਸ 'ਚ 2-3 ਕੁਐਸਚਨ ਕੀਤੇ, ਤਾਂ ਉਹਨਾਂ ਨੇ ਆਨਸਰ ਤਾਂ ਦਿੱਤੇ। ਮੈਨੂੰ ਬਾਅਦ 'ਚ ਰੋਟੀ ਖਾਂਦੇ ਪੁੱਛਿਆ, ਕਹਿੰਦੇ ਬੇਟਾ ਤੁਸੀਂ ਕਿਹੜੇ ਸਾਲ ਬੋਰਨ ਹੋ? ਮੈਂ ਕਿਹਾ ਜੀ ਮੈਂ 82। ਕਹਿੰਦੇ ਤੁਸੀਂ 75 ਦੀ ਇੰਨੀਆਂ ਗੱਲਾਂ ਕਿਵੇਂ ਜਾਣਦੇ ਹੋ? ਮੈਂ ਕਿਹਾ ਜੀ ਮੇਰੇ ਫਾਦਰ ਸਾਹਿਬ ਨੇ ਸੁਣਾਈਆਂ। ਕਹਿੰਦੇ ਤੁਹਾਡੇ ਫਾਦਰ ਸਾਹਿਬ ਨੂੰ ਮਿਲਣਾ ਚਾਹੁੰਦਾ। ਨੈਕਸਟ ਡੇ ਮੈਂ ਬਰਨਾਲੇ ਤੋਂ ਫਾਦਰ ਸਾਹਿਬ ਨੂੰ ਜਲੰਧਰ ਬੁਲਾਇਆ, ਤਾਂ ਮੇਰੇ ਫਾਦਰ ਸਾਹਿਬ ਉਹਨਾਂ ਨੂੰ ਮਿਲੇ। ਬਰਿੰਦਰ ਸਿੰਘ, ਮੁਖਬੈਨ ਸਿੰਘ, ਸੰਜੀਵ ਕੁਮਾਰ, ਸੁਰਿੰਦਰ ਸੋਢੀ, ਅਸਲਮ ਸ਼ੇਰ ਖਾਨ, ਉਹਨਾਂ ਨੇ ਫੋਟੋਗ੍ਰਾਫਸ ਕਰਾਈਆਂ। ਬਲਦੇਵ ਸਿੰਘ ਓਲੰਪੀਅਨ, ਤੇ ਅੱਜ ਵੀ ਸਾਡੇ ਡਰਾਇੰਗ ਰੂਮ 'ਚ ਸਾਰੇ ਓਲੰਪੀਅਨਾਂ ਦੀ ਤਸਵੀਰ ਲੱਗੀ ਹੋਈ ਆ। ਅਵਨੀਤ ਦੀ ਮੇਰੀ ਮੈਰਿਜ ਵਾਲੀ ਤਸਵੀਰ ਲੱਗੀ ਹੋਈ ਆ। ਤੇ ਰਾਜਪਾਲ ਹੁਣੀ, ਸਰਦਾਰੇ ਹੁਣੀ, ਸਾਡੇ ਬਲਜੀਤ ਸਿੰਘ ਘਰੇ ਆਏ, ਉਹ ਫੋਟੋ ਮੈਂ ਘਰੇ, ਮੇਰੇ ਘਰ ਦੇ ਵਿੱਚ, ਜਾਂ ਮੇਰੇ ਖਿਡਾਰੀਆਂ ਦੀ ਤਸਵੀਰਾਂ ਲੱਗੀਆਂ, ਕਲਾਕਾਰਾਂ ਦੀਆਂ ਲੱਗੀਆਂ, ਜਾਂ ਫਿਰ ਜਿਹੜੀਆਂ ਮੇਰੀਆਂ ਖਬਰਾਂ ਫਰੰਟ ਪੇਜ ਤੇ ਲੱਗੀਆਂ, ਉਸ ਲੈਮੀਨੇਸ਼ਨ ਕਰਾ ਕੇ। ਤੇ ਮੇਰੇ ਲਈ ਖੁਸ਼ੀ ਦਾ ਟਿਕਾਣਾ ਨਹੀਂ ਸੀ। ਫਿਰ ਇੱਕ ਮੈਂ ਤੁਹਾਨੂੰ ਇੰਟਰਸਟਿੰਗ ਕਿੱਸਾ ਹੋਰ ਦੱਸਦਾ। ਮੇਰੇ ਘਰ 'ਚ ਸਪੋਰਟਸ ਦਾ ਮਾਹੌਲ ਇਸ ਤਰ੍ਹਾਂ ਸੀ, ਮੇਰੇ 2 ਤਾਇਆਂ ਦੇ ਬੇਟਿਆਂ ਦੇ ਨਾਮ ਮੇਰੇ ਫਾਦਰ ਨੇ ਹਾਕੀ ਓਲੰਪੀਅਨਾਂ ਦੇ ਨਾਂ ਤੇ ਰੱਖੇ। ਇੱਕ ਦਾ ਨਾਂ ਅਜੀਤਪਾਲ ਰੱਖਿਆ, ਇੱਕ ਦਾ ਨਾਂ ਬਲਵੀਰ ਸਿੰਘ। ਜਦੋਂ ਪਹਿਲੀ ਵਾਰ ਮੈਂ ਅਜੀਤਪਾਲ ਤੇ ਬਲਵੀਰ ਜੀ ਨੂੰ ਮਿਲਿਆ, ਦੱਸੀ, ਤਾਂ ਉਹਨਾਂ ਨੇ ਬੜੀ ਗਲਵੱਕੜੀ ਪਾ ਲਈ ਮੈਨੂੰ। ਬਲਵੀਰ ਸੀਨੀਅਰ ਸੀ, ਜਦੋਂ 99 ਈਅਰਸ ਏਜ ਸੀ, ਉਹਨਾਂ ਡੈਥ ਹੋਈ, ਤਾਂ ਉਹਨਾਂ ਨੂੰ ਲਾਸਟ ਟਾਈਮ ਤੇ ਪਲੇਟਲੈਟਸ ਘਟ ਗਏ, ਤਾਂ 2 ਦਿਨ ਪਹਿਲਾਂ ਉਹਨਾਂ ਨੂੰ ਮੈਂ ਪਲੇਟਲੈਟਸ ਡੋਨੇਟ ਕੀਤੇ। ਤਾਂ ਉਹਨਾਂ ਦੀ ਫੈਮਿਲੀ ਨੇ ਮੈਨੂੰ ਫੈਮਿਲੀ ਮੈਂਬਰ ਵਾਂਗੂ ਟ੍ਰੀਟ ਕੀਤਾ, ਤੇ ਮੇਰੇ ਲਈ ਇਸ ਤੋਂ ਕੋਈ ਆਨਰ ਦੀ ਗੱਲ ਨਹੀਂ ਸੀ। ਬਲਵੀਰ ਸੀਨੀਅਰ ਦੀ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ, 3 ਓਲੰਪਿਕ ਗੋਲਡ ਜਿੱਤੇ, ਉਹਨਾਂ ਨੂੰ ਮੈਨੂੰ ਪਲੇਟਲੈਟਸ ਡੋਨੇਟ ਕਰਨ ਦਾ ਮੈਨੂੰ ਸਬੱਬ ਮਿਲਿਆ। ਹਾਲਾਂਕਿ ਉਦੋਂ ਬਹੁਤ ਪਲੇਅਰਾਂ ਨੇ, ਬਹੁਤ ਅੰਜੂ ਮੌਦਗਿਲ ਵੀ ਸੀ, ਕਈਆਂ ਨੇ ਪਲੇਟਲੈਟਸ ਟਰਾਈ ਕੀਤੇ, ਪਰ ਡਾਕਟਰਸ ਵੱਲੋਂ ਜਦੋਂ ਸੂਟ ਕੀਤਾ ਨਾ ਬਲੱਡ ਗਰੁੱਪ ਕਿਹੜਾ, ਤਾਂ ਮੇਰਾ ਪਲੇਟਲੈਟ ਸਭ ਤੋਂ ਸੂਟ ਕੀਤਾ, ਤੇ ਉਹ ਡੋਨੇਟ ਕੀਤਾ, ਤੇ ਮੇਰੇ ਲਈ ਇਦੋਂ ਆਨਰ ਦੀ ਕੋਈ ਗੱਲ ਨਹੀਂ ਸੀਗੀ। ਇਸ ਕਰਕੇ ਪਹਿਲੀ ਵਾਰ ਜਦੋਂ ਮੇਰੀ ਬੇਟੀ ਦਾ ਬਰਥ ਹੋਇਆ ਮਨਸਾਂਝ ਦਾ, ਫਿਰ ਮੈਂ ਮਨਜੀਤ ਕੌਰ, ਮਨਦੀਪ ਕੌਰ, ਦੋਨੋਂ ਐਥਲੈਟਿਕ ਦੇ ਵਿੱਚ ਕਾਮਨਵੈਲਥ 'ਚ ਗੋਲਡ ਆਇਆ, ਉਹਨਾਂ ਨੂੰ ਮਿਲਾਇਆ। ਤੇ ਉਹਨੇ, ਮਨਜੀਤ ਨੇ ਮੇਰੀ ਬੇਟੀ ਨੂੰ ਗੋਦੀ ਚੱਕਿਆ, ਉਹ ਕਿਤਾਬ ਦੇ ਵਿੱਚ ਫੋਟੋ ਲਗਾਈ, ਤੇ ਫਿਰ ਤਾਂ ਫੈਮਿਲੀ ਮੈਂਬਰ ਵਾਲੀ ਗੱਲ ਹੀ ਹੋ ਗਈ ਜੀ। ਤੇ ਇਹਨਾਂ ਤੋਂ ਸਿੱਖਦਾ ਬਹੁਤ ਆ ਜੀ ਮੈਂ, ਕਿਉਂਕਿ ਇਹਨਾਂ ਨੂੰ ਮੈਂ ਗਰਾਊਂਡ 'ਚ ਖੇਡਦੇ, ਭੱਜਦੇ, ਪਸੀਨਾ ਵਹਾਉਂਦੇ ਦੇਖਿਆ, ਤੇ ਜਦੋਂ ਇਹਨਾਂ ਦੀ ਸੰਗਤ 'ਚ ਹੁੰਦਾ ਨਾ,
ਤਾਂ ਮੈਂ ਆਪਣੇ ਆਪ ਨੂੰ ਬਹੁਤ ਪ੍ਰਾਊਡ ਫੀਲ ਕਰਦਾ ਹੁੰਦਾ ਵੀ ਇਸ ਤੋਂ ਬੈਸਟ ਕੋਈ ਕੰਪਨੀ ਨਹੀਂ ਹੋ ਸਕਦੀ, ਜਿਨ੍ਹਾਂ ਦੇ ਨਾਲ ਮੈਂ ਜਿਨ੍ਹਾਂ ਨੂੰ ਕਿਤੇ ਡ੍ਰੀਮ ਲੈਂਦਾ ਸੀ, ਜਿਹਨਾਂ ਨੂੰ ਟੀਵੀ ਤੇ ਦੇਖਦਾ ਸੀਗਾ। ਤੇ ਇੱਕ ਚੀਜ਼ ਦਾ ਦੁੱਖ ਹੁੰਦਾ ਸਾਡੇ ਮੁਲਕ ਦੇ ਵਿੱਚ, ਜਿਵੇਂ ਕ੍ਰਿਕਟਰਸ ਦੀ ਕਰੇਜ਼ ਹੁੰਦਾ, ਜਦੋਂ ਦੂਜੇ ਓਲੰਪੀਅਨਸ ਨੂੰ ਮਿਲੀਦਾ ਤਾਂ ਹਾਲਾਂਕਿ ਓਲੰਪੀਅਨਸ ਬਹੁਤ ਡਾਊਨ ਟੂ ਅਰਥ ਨੇ ਸਾਡੇ। ਅਵਨੀਤ ਨੂੰ ਤੁਸੀਂ ਦੇਖਿਆ, ਉਹਦੇ ਵਿੱਚ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਜਿੱਦਾਂ ਉਹਦਾ ਰੁਤਬਾ ਗਾ, ਤੇ ਪਰ ਉਸ ਤਰ੍ਹਾਂ ਦਾ ਕਰੇਜ਼ ਨਹੀਂ ਹੁੰਦਾ। ਪਰ ਜਦੋਂ ਇਹਨਾਂ ਨੂੰ ਤੁਸੀਂ ਥੋੜੀ ਜਿਹੀ ਵੀ ਗੱਲ ਕਰਦੇ ਹੋ ਤਾਂ ਇਹ ਤੁਹਾਨੂੰ ਆਪਣਾ ਬਣਾ ਲੈਂਦੇ ਆ। ਤੁਸੀਂ ਥੋੜਾ ਜਿਹਾ ਇਹਨਾਂ ਦੇ ਢਿੱਡ 'ਚ ਵੜੋ ਨਾ, ਥੋੜੇ ਜਿਹੇ ਇਹਨਾਂ ਨਾਲ ਗੱਲ ਸਾਂਝ ਪਾਓ ਤਾਂ ਤੁਹਾਨੂੰ ਇਹ ਆਪਣਾ ਬਣਾ ਲੈਣਗੇ ਤੇ ਤੁਹਾਨੂੰ ਇਹ ਓਪਰਾ ਨਹੀਂ ਫੀਲ ਹੋਏਗਾ। ਸੋ ਜ਼ਿਹਨ 'ਚ ਕਦੋਂ ਆਇਆ ਕਿ ਕਿਤਾਬਾਂ ਲਿਖੀਏ? ਕਿਤਾਬਾਂ ਮੇਰੇ ਗੁਰੂ ਜੀ ਪ੍ਰਿੰਸੀਪਲ ਸਰਵਨ ਸਿੰਘ ਜੀ ਨੂੰ ਮੈਂ ਫੋਲੋ ਕਰਦਾ ਸੀ ਤੇ ਉਹ ਆਰਟੀਕਲ ਅਖਬਾਰਾਂ 'ਚ ਲਿਖਦੇ ਸੀ, ਉਹਨਾਂ ਨੇ ਕਿਤਾਬਾਂ ਬਹੁਤ ਲਿਖੀਆਂ। ਤੇ ਜਦੋਂ ਮੈਂ ਕਾਲਜ ਪੜ੍ਹਦਾ ਸੀ ਆਰਟੀਕਲ ਲਿਖਣੇ ਸ਼ੁਰੂ ਕੀਤੇ। ਯੂਨੀਵਰਸਿਟੀ ਪੜ੍ਹਦਿਆਂ ਮੈਨੂੰ ਮੇਰੇ ਗੁਰੂ ਸਾਹਿਬ ਨੇ ਗਾਈਡ ਕੀਤਾ ਵੀ ਹੁਣ ਤੂੰ ਆਪਣੇ ਆਰਟੀਕਲਾਂ ਤੋਂ ਉੱਪਰ ਉੱਠ ਕੇ ਡਾਕੂਮੈਂਟੇਸ਼ਨ ਕਰ ਕਿਤਾਬ ਦੇ ਰੂਪ 'ਚ। ਮੈਂ ਜਰਨਲਿਜ਼ਮ ਕਰਦਿਆਂ ਪਹਿਲੀ ਕਿਤਾਬ ਲਿਖਣੀ ਸ਼ੁਰੂ ਕੀਤੀ ਤੇ ਐਮਏ ਪੰਜਾਬੀ ਕਰਦਿਆਂ ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਕਿਤਾਬ ਕੰਪਲੀਟ ਕੀਤੀ। ਤੇ ਕਿਉਂਕਿ ਪੰਜਾਬੀਆਂ ਨੂੰ ਇੱਕ ਮਿਹਣਾ ਹੁੰਦਾ, ਪੰਜਾਬੀ ਰਿਕਾਰਡ ਬਣਾਉਣਾ ਜਾਣਦੇ ਆ, ਰਿਕਾਰਡ ਸਾਂਭਣਾ ਨਹੀਂ ਜਾਣਦੇ। ਤੇ ਮੈਨੂੰ ਇਹ ਗੱਲ ਕਹੀ ਸੀ ਵੀ ਖਿਡਾਰੀਆਂ ਦਾ ਰਿਕਾਰਡ ਜ਼ਰੂਰ ਤੂੰ ਸਾਂਭ। ਪ੍ਰਿੰਸੀਪਲ ਸਾਹਿਬ ਨੇ 1980 ਤੇ 1990 ਤੋਂ ਪਹਿਲਾਂ ਦੇ ਪਲੇਅਰਾਂ ਦੇ ਬਹੁਤ ਲਿਖਿਆ ਤੇ ਮੈਨੂੰ ਕਹਿੰਦੇ ਨੈਕਸਟ ਜਨਰੇਸ਼ਨ ਬਾਰੇ ਤੂੰ ਜ਼ਰੂਰ ਲਿਖ। ਤਾਂ ਮੇਰੀ ਪਹਿਲੀ ਕਿਤਾਬ 37 ਖਿਡਾਰੀਆਂ ਤੇ ਆਈ ਸੀ ਜੋ ਪੰਜਾਬ ਖੇਡ ਅੰਬਰ ਦੇ ਪੰਜਾਬੀ ਸਿਤਾਰੇ। ਫਿਰ ਚੱਲ ਸੀ ਏਸ਼ੀਅਨ ਗੇਮਾਂ 'ਚ ਜਦੋਂ ਅਵਨੀਤ ਵੀ ਮੈਡਲ ਆਇਆ, ਸਾਡੇ ਰਿਸ਼ਪਾਲ ਰਾਣਾ ਦਾ ਮੈਡਲ ਆਇਆ, ਪਲਵਿੰਦਰ ਚੀਮਾ, ਮਨਜੀਤ, ਹੰਪਿਕ ਨਹਿਰੂ, ਤੇ ਉਹ ਮੈਂ ਦੂਜੀ ਕਿਤਾਬ ਏਸ਼ੀਅਨ ਗੇਮਾਂ ਦੀ ਲਿਖੀ। ਤੀਸਰੀ ਮੈਂ ਓਲੰਪਿਕਸ ਦੀ ਲਿਖੀ, ਅੱਖੀ ਵੇਖੀਆਂ ਓਲੰਪਿਕ ਖੇਡਾਂ। ਇੱਕ ਕਿਤਾਬ ਮੈਂ ਲਿਟਰੇਰੀ ਲਿਖੀ ਆ 9 ਲੱਖਾ ਬਾਗ, ਇਹ 'ਚ ਗੁਰਭਜਨ ਗਿੱਲ, ਜੱਸੋਵਾਲ ਸਾਹਿਬ, ਰਵਿੰਦਰ ਭੱਠਲ, ਸਿੱਧੂ ਦਮਦਮੀ, ਨਿਰਮਲ ਜੌੜਾ, ਓਮ ਪ੍ਰਕਾਸ਼ ਗਾਸੋ ਤੇ ਉਹਨਾਂ ਬਾਰੇ ਲਿਖਿਆ, ਤੇ ਰਾਮ ਸਰੂਪ ਅਣਖੀ ਜੀ ਬਾਰੇ। ਤੇ ਫਿਰ ਤਾਂ ਇਹ ਸੀ ਡਾਕੂਮੈਂਟੇਸ਼ਨ ਦਾ ਮੈਨੂੰ ਹੁੰਦਾ ਵੀ ਡਾਕੂਮੈਂਟੇਸ਼ਨ ਹੋ ਜੇ ਤੇ ਪਲੇਅਰ ਵੀ ਬੜੇ ਖੁਸ਼ ਹੁੰਦੇ ਆ। ਖਾਸ ਕਰਕੇ ਜਦੋਂ ਕਰੰਟ ਪਲੇਅਰ ਖੇਡ ਰਿਹਾ ਹੁੰਦਾ ਉਹਨੂੰ ਯਾਦ ਘੱਟ ਹੁੰਦਾ ਗਾ। ਜਦੋਂ ਪਲੇਅਰ ਆਪਦੀ ਗੇਮ ਤੋਂ ਰਿਟਾਇਰਮੈਂਟ ਲੈ ਲੈਂਦਾ ਫਿਰ ਉਹ ਵੱਡਾ ਹੁੰਦਾ, ਫਿਰ ਉਹਨੂੰ ਆਪਦੀ ਮੈਂ ਹੁਣ ਰੀਸੈਂਟਲੀ ਗੁਰਬਚਨ ਰੰਧਾਵਾ ਜੀ ਦੀ ਕਿਤਾਬ ਲਿਖੀ ਹੈ, ਇਸੇ ਇਲਾਕੇ ਦੇ ਜੰਪਲ ਨੇ, ਅੰਮ੍ਰਿਤਸਰ ਦੇ, ਨੰਗਲੀ ਦੇ। ਮਿਲਖਾ ਸਿੰਘ ਜਿੱਡੇ ਐਥਲੀਟ ਹੋਏ ਆ ਪਰ ਉਹਨਾਂ ਨੂੰ ਕੋਈ ਨਹੀਂ ਜਾਣਦਾ ਸੀ, ਸਪੋਰਟਸ ਤੋਂ ਬਾਹਰ ਉਹਨਾਂ ਦੀ ਪਛਾਣ ਨਹੀਂ ਸੀ। ਉਹਨਾਂ ਦੀ ਉੱਡਣਾਬਾਜ਼ ਕਿਤਾਬ ਲਿਖੀ ਮੈਂ 300 ਪੰਨਿਆਂ ਦੀ ਜੀਵਨੀ, ਤੇ ਉਹ ਬੜਾ ਖੁਸ਼ ਹੋਏ। ਉਹ ਕਹਿੰਦੇ ਯਾਰ ਮੈਨੂੰ ਸੱਚਮੁੱਚ ਨਵਦੀਪ ਉੱਡਣਾਬਾਜ਼ ਲਿਖ ਕੇ ਤੂੰ ਮੈਨੂੰ ਦੁਬਾਰਾ ਜੀਵਤ ਕਰਤਾ। ਪ੍ਰਵੀਨ ਕੁਮਾਰ ਜੀ ਜਿਹੜੇ ਮਹਾਭਾਰਤ 'ਚ ਭੀਮ ਦਾ ਰੋਲ ਕੀਤਾ, ਸਰਹਾਲੀ ਦੇ ਸੀ, ਉਹਨਾਂ ਦੇ ਮੈਂ ਆਰਟੀਕਲ ਲਿਖਿਆ, ਉਹ ਬੜੇ ਖੁਸ਼ ਹੋਏ। ਕਹਿੰਦੇ ਮੈਨੂੰ ਹੁਣ ਤੱਕ ਦੁਨੀਆ ਭੀਮ ਹੀ ਕਹਿੰਦੀ ਸੀ, ਤੁਸੀਂ ਮੈਨੂੰ ਐਜ਼ ਐਥਲੀਟ ਦੁਆਰਾ ਜੀਵਤ ਕੀਤਾ। ਤੇ ਜਦੋਂ ਪਲੇਅਰ ਮੈਨੂੰ ਇਸ ਤਰ੍ਹਾਂ ਦੇ ਕੰਪਲੀਮੈਂਟ ਦਿੰਦੇ ਆ। ਪਿੱਛੇ ਅਵਨੀਤ ਨੂੰ ਮੈਂ ਕੁਐਸਚਨ ਕੀਤਾ ਸੀ ਇੰਟਰਵਿਊ 'ਚ ਵੀ ਕੋਈ ਬਾਇਓਗ੍ਰਾਫੀ ਲਿਖਣ ਦੀ ਇੱਛਾ ਹੈਗੀ ਆ, ਤਾਂ ਉਹਨੇ ਅਵਨੀਤ ਨੇ ਚੱਲਦੀ ਇੰਟਰਵਿਊ 'ਚ ਕਹਿੰਦਾ ਤੁਸੀਂ ਮੇਰੀ ਆਟੋਬਾਇਓਗ੍ਰਾਫੀ ਲਿਖੋ, ਬਾਇਓਗ੍ਰਾਫੀ ਲਿਖੋ। ਤੇ ਹੁਣ ਇਸ ਤਰ੍ਹਾਂ ਦੇ ਕੋਈ ਚੈਲੰਜ ਵੀ ਦਿੰਦਾ, ਕੋਈ ਕੰਮ ਹੁੰਦਾ ਤੇ ਮੈਨੂੰ ਖੁਸ਼ੀ ਹੁੰਦੀ ਹੈ ਵੀ ਉਹਨਾਂ ਲਈ ਮੈਂ ਕੁਝ ਲਿਖ ਸਕਾਂ। ਤੇ ਫਿਰ ਕਿਤਾਬਾਂ ਦਾ ਕੰਮ ਚੱਲਦਾ ਰਹਿੰਦਾ। ਸੋ ਇੰਨਾ ਬਿਹਤਰ ਲਿਖਦੇ ਹੋ ਤੁਸੀਂ, ਇੱਕ ਬੜਾ ਰਿਫਾਈਨਡ ਵਰਕ ਆਪਾਂ ਕਹਿ ਸਕਦੇ ਕਿ ਕੁਆਲਿਟੀ ਕੰਮ ਜਿਹੜਾ ਹੋ ਰਿਹਾ, ਜਿਹੜਾ ਕਿ ਬਹੁਤ ਰੇਅਰ ਲੋਕ ਕਰਦੇ ਨੇ। ਤੇ ਫਿਰ ਤੁਸੀਂ ਪੜ੍ਹਦੇ ਜ਼ਿਆਦਾ ਹੋ ਕਿ ਲਿਖਦੇ ਜ਼ਿਆਦਾ ਹੋ? ਕਿਉਂਕਿ ਤੁਸੀਂ ਜ਼ਿਆਦਾ ਨॉन ਫਿਕਸ਼ਨ ਹੀ ਲਿਖ ਰਹੇ ਹੋ, ਹੈ ਨਾ? ਸੋ ਇੰਨਾ ਅੱਛਾ ਲਿਖਣ ਦੇ ਪਿੱਛੇ ਕੀ ਚੱਲ ਰਿਹਾ ਕਿ ਤੁਸੀਂ ਰੀਡ ਵੀ ਉਨਾ ਹੀ ਕਰਦੇ ਹੋ ਜਿੰਨਾ ਲਿਖਦੇ ਹੋ, ਕਿ ਤੁਸੀਂ ਲਿਖਣ 'ਚ ਤੇ ਰਿਸਰਚ ਕਰਨ 'ਚ ਜ਼ਿਆਦਾ ਜ਼ੋਰ ਦਿੰਦੇ ਹੋ? ਤੁਸੀਂ ਗੱਲ ਨਹੀਂ ਕੀਤੀ ਨਾ ਲਿਖਣ ਦੀ, ਪੜ੍ਹਨ ਦੀ। ਆਮ ਤੌਰ ਤੇ ਨਾ ਕਿਹਾ ਜਾਂਦਾ ਵੀ ਇੱਕ ਸ਼ਬਦ ਲਿਖਣ ਲਈ ਤੁਹਾਨੂੰ 1000 ਸ਼ਬਦ ਪੜ੍ਹਨਾ ਪੈਂਦਾ। ਕਿਹਾ ਜਾਂਦਾ? ਹਾਂ, ਕਿਹਾ ਜਾਂਦਾ। ਸ਼ੁਰੂਆਤ 'ਚ ਪੜ੍ਹਿਆ ਬਹੁਤ ਆ, ਬਹੁਤ ਪੜ੍ਹਿਆ ਸ਼ੁਰੂਆਤ 'ਚ। ਜਦੋਂ ਤੂੰ ਲਿਖਣ ਲੱਗੇ ਨਾ, ਹੁਣ ਜਿਵੇਂ ਅੱਜ ਕੱਲ੍ਹ ਦੇ ਦਿਨ ਆ ਤੇ ਹੁਣ ਉਨਾ ਕੀ ਲਿਖਿਆ ਜਾਂਦਾ, ਉਨਾ ਕੁ ਪੜ੍ਹਿਆ ਜਾਂਦਾ। ਕਿਤੇ ਕਿਤੇ ਲਿਖਣ ਦਾ ਕੰਮ ਵੱਧ ਹੋ ਜਾਂਦਾ ਪੜ੍ਹਨ ਤੋਂ। ਪਰ ਮੈਨੂੰ ਰੈਫਰੈਂਸ ਦਾ ਬਹੁਤ ਸ਼ੌਂਕ ਆ, ਕਿਉਂਕਿ ਸਪੋਰਟਸ ਰਿਕਾਰਡਸ ਨਾਲ ਚੱਲਦੀ ਆ। ਜਿਹੜੀ ਤੁਸੀਂ ਨॉन ਫਿਕਸ਼ਨ ਤੇ ਫਿਕਸ਼ਨ ਦੀ ਗੱਲ ਕੀਤੀ ਨਾ, ਨॉन ਫਿਕਸ਼ਨ 'ਚ ਇਹੀ ਹੁੰਦਾ ਵੀ ਤੁਸੀਂ ਕਿਸ ਤਰ੍ਹਾਂ ਕੰਮ ਕਰਨਾਗਾ ਤੇ ਤੁਸੀਂ ਉਹਦੇ ਵਿੱਚ ਰਿਕਾਰਡਸ ਤੋਂ ਬਾਹਰ ਨਹੀਂ ਜਾ ਸਕਦੇ। ਜੇ ਉਸੈਨ ਬੋਲਟ 9.58 ਸਕਿੰਟ 'ਚ ਭੱਜਿਆ ਤਾਂ ਉਸਨੂੰ 9.59 ਨਹੀਂ ਲਿਖ ਸਕਦੇ। ਤੇ ਜੇ ਕਿਸੇ ਪਲੇਅਰ ਨੇ 67ਵੇਂ ਮਿੰਟ 'ਚ ਗੋਲ ਕੀਤਾ ਉਹਨੂੰ 68ਵੇਂ ਮਿੰਟ ਨਹੀਂ ਲਿਖ ਸਕਦੇ। ਉੱਥੇ ਤੁਸੀਂ ਲਿਮਿਟੇਸ਼ਨ ਆ। ਉਹ ਫਿਲਮਾਂ ਦੇ ਵਿੱਚ ਤਾਂ ਅਸੀਂ ਦੇਖਦੇ ਹਾਂ ਕਈ ਵਾਰੀ ਕਾਲਪਨਿਕ ਕਿਸ ਤਰ੍ਹਾਂ ਰਿਕਾਰਡ ਬਣਾ ਲਿਆ ਜਾਂਦਾ ਗਾ। ਤੇ ਇਸ ਕਰਕੇ ਇਹਦੇ ਵਿੱਚ ਮੈਂ ਉਹਨਾਂ ਦੇ ਰਿਕਾਰਡਸ ਪੜ੍ਹਦਾ ਰਹਿੰਦਾ, ਉਹਨਾਂ ਨਾਲ ਟੱਚ ਰਹਿੰਦਾ ਗਾ। ਅੱਜ ਕੱਲ੍ਹ ਪਹਿਲਾਂ ਕਿਤਾਬਾਂ ਪੜ੍ਹਦੇ ਸੀ, ਹੁਣ ਫਾਰਮ ਚੇਂਜ ਹੋ ਗਏ। ਹੁਣ ਜਿਵੇਂ ਏਸ਼ੀਅਨ ਗੇਮਾਂ ਚੱਲ ਰਹੀਆਂ, ਤੁਹਾਡੇ ਕੋਲ ਮੈਂ ਆਇਆ, ਮੈਂ ਰਿਸੈਪਸ਼ਨ 'ਤੇ ਬੈਠਾ ਮੋਬਾਈਲ ਦੇਖ ਰਿਹਾ ਸੀ, ਉਸੇ ਵੇਲੇ ਇੰਡੀਆ ਦੀ ਟੀਮ ਦਾ ਮੈਡਲ ਆ ਗਿਆ ਰਾਈਫਲ ਦਾ। ਅਵਨੀਤ ਨੇ ਵੀ ਸਟੇਟਸ ਪਾਇਆ। ਤੁਹਾਨੂੰ ਅਗਲੇ ਦਿਨ ਦੀ ਅਖਬਾਰ ਦੀ ਉਡੀਕ ਕਰਨ ਦੀ ਲੋੜ ਨਹੀਂ, ਮੈਨੂੰ ਸਟੇਟਸ ਤੋਂ ਪਤਾ ਲੱਗ ਗਿਆ ਵੀ 10 ਮੀਟਰ 에ਅਰ ਰਾਈਫਲ ਦਾ ਗੋਲਡ ਆ ਗਿਆ। ਮੈਂ ਇਨਫੋਰਮੇਟਿਵ ਚੀਜ਼ਾਂ ਜ਼ਿਆਦਾ ਦੇਖਦਾ ਰਹਿਣਾ। ਕਿਤਾਬਾਂ ਪੜ੍ਹਨ ਦਾ ਜੋ ਟਾਈਮ ਮਿਲੇ ਕਿਤਾਬਾਂ ਵੀ ਪੜ੍ਹੀ ਦੀਆਂ, ਪਰ ਹੁਣ ਕਿਤਾਬਾਂ ਪੜ੍ਹਨ ਨਾਲੋਂ ਜ਼ਿਆਦਾ ਇਨਫੋਰਮੇਸ਼ਨ ਦੀਆਂ, ਸਰਚ ਵਰਕ ਦੀਆਂ ਚੀਜ਼ਾਂ, ਫੈਕਟਸ ਫਿਗਰ ਵੀ ਜ਼ਿਆਦਾ ਦੇਖਣ ਦਾ ਸ਼ੌਂਕ ਆ। ਠੀਕ ਹੈ, ਠੀਕ।
ਸੋ ਅੱਜ ਕੱਲ ਜਿਵੇਂ ਮੈਂ ਕਾਫੀ ਇਸ ਮੁਹਿੰਮ ਤੇ ਕੰਮ ਕਰ ਰਹੀ, ਰਿਵਰਸ ਮਾਈਗ੍ਰੇਸ਼ਨ, ਵਤਨ ਵਾਪਸੀ, ਤੁਸੀਂ ਪੰਜਾਬ ਨੂੰ ਚੁਣੋ। ਜਦੋਂ ਅਸੀਂ ਇੰਨੇ ਓਲੰਪੀਅਨਸ ਦੀ ਐਗਜ਼ਾਮਪਲ ਦੇਖਦੇ ਹਾਂ, ਮਿਲਖਾ ਸਿੰਘ ਦੀ ਦੇਖਦੇ ਹਾਂ, ਅਵਨੀਤ ਦੀ ਦੇਖਦੇ ਹਾਂ, ਇੰਨੇ ਸਾਰੇ ਓਲੰਪੀਅਨਸ ਤੇ ਤੁਹਾਨੂੰ ਜਾਣਦੇ ਨੇ, ਉਹਨਾਂ ਨੇ ਵੀ ਕਿਤੇ ਨਾ ਕਿਤੇ ਪੰਜਾਬ ਨੂੰ ਹੀ ਚੁਣਿਆ। ਉਹ ਵੀ ਚਾਹੁੰਦੇ ਤੇ ਬਾਹਰ ਸੈਟਲ ਹੋ ਸਕਦੇ ਸੀ, ਉਹ ਵੀ ਚਾਹੁੰਦੇ ਆਪਣੀ ਸਪੋਰਟਸ ਨੂੰ ਬਾਹਰ ਵੀ ਕੰਟੀਨਿਊ ਕਰ ਸਕਦੇ ਸੀ, ਆਪਣੀ ਪੜ੍ਹਾਈ ਨੂੰ ਕਰ ਸਕਦੇ ਸੀ, ਆਪਣਾ ਬਿਜ਼ਨਸ ਕਰ ਸਕਦੇ ਸੀ। ਉਹਨਾਂ ਨੇ ਤੇ ਦੇਸ਼ ਵਿਦੇਸ਼ ਦੇਖ ਲਏ, ਬੜਾ ਕੁਝ ਕਰ ਸਕਦੇ। ਬਟ ਜਦੋਂ ਲੋਕ ਇਸ ਚੀਜ਼ ਦੀ ਐਗਜ਼ਾਮਪਲ ਲੱਭਦੇ ਨੇ ਕਿ ਪੰਜਾਬ 'ਚ ਰਹਿ ਕੇ ਕਿੰਨੇ ਤਰੱਕੀ ਕੀਤੀ, ਮੈਨੂੰ ਲੱਗਦਾ ਕਿ ਤੁਸੀਂ ਇੱਕ ਅਜਿਹਾ ਸੈਕਟਰ ਹੋ, ਅਜਿਹਾ ਫੀਲਡ ਹੋ ਕਿ ਜਿਹੜਾ ਇਹ ਪ੍ਰੂਵ ਕਰਦਾ ਕਿ ਪੰਜਾਬ ਨੇ ਕਿੰਨੀ ਤਰੱਕੀ ਕੀਤੀ ਇੱਥੇ ਰਹਿ ਕੇ ਹੀ, ਇੱਥੋਂ ਦੀਆਂ ਖੁਰਾਕਾਂ ਖਾ ਕੇ, ਇੱਥੋਂ ਦੀ ਆਬੋ ਹਵਾ 'ਚ ਰਹਿ ਕੇ, ਇੱਥੋਂ ਦੀ ਮਿੱਟੀ ਨਾਲ ਮਿੱਟੀ ਹੋ ਕੇ, ਜਿਹੜਾ ਵਾ ਇੱਥੇ ਰਹਿ ਕੇ ਵੀ ਇਨਸਾਨ ਤਰੱਕੀ ਕਰ ਸਕਦਾ। ਤੇ ਤੁਹਾਨੂੰ ਖੁਦ ਪਤਾ ਕਿ ਇੰਨੇ ਓਲੰਪੀਅਨਸ ਨੇ ਜਿਨ੍ਹਾਂ ਨੇ ਪਾਰਟੀਸ਼ਨ ਦੇਖੀ, ਜਿਨ੍ਹਾਂ ਨੇ ਉਹ ਸਮੇਂ ਦੇਖੇ, ਤੇ ਫਿਰ ਵੀ ਉਹ ਸਿਖਰ ਤੱਕ ਜਿਹੜਾ ਪਹੁੰਚੇ ਆਪਣੇ ਸਪੋਰਟਸ ਦੇ ਨਜ਼ਰੀਏ ਤੋਂ। ਜਿਹੜੀ ਆ ਉਹ ਰਿਵਰਸ ਮਾਈਗ੍ਰੇਸ਼ਨ ਤੇ ਕੁਝ ਵਿਊਜ਼ ਦਿਓ ਕਿ ਕਿਉਂ ਸਾਡੇ ਯੂਥ ਨੂੰ ਪੰਜਾਬ ਹੀ ਚੁਣਨਾ ਚਾਹੀਦਾ, ਤੇ ਇੱਥੇ ਰਹਿ ਕੇ ਵੀ ਜੇ ਆਪਾਂ 10 ਸਾਲ ਮਿਹਨਤ ਕਰੀਏ ਤੇ ਕਿਤੇ ਪਹੁੰਚ ਸਕਦੇ ਹਾਂ। ਤੁਸੀਂ ਬੜੀ ਸੋਹਣੀ ਗੱਲ ਕੀਤੀ। ਧਿਆਨ ਚੰਦ ਦੀ ਮੈਂ ਐਗਜ਼ਾਮਪਲ ਦਊਂ। ਧਿਆਨ ਚੰਦ 1936 ਦੀ ਬਰਲਿਨ ਓਲੰਪਿਕ ਜਦੋਂ ਖੇਡ ਰਹੀ ਸੀ, ਤਾਂ ਬਰਲਿਨ ਓਲੰਪਿਕ ਖੇਡਦੇ ਉਹਨਾਂ ਨੇ ਨਾ 7-6 ਗੋਲ ਕੀਤੇ ਜਦੋਂ ਇੰਡੀਆ ਨੇ, ਤਾਂ ਉਹਨਾਂ ਨੇ ਹੈਟ੍ਰਿਕ ਲਗਾਈ। ਤਾਂ ਕਹਿੰਦੇ ਉਸ ਵੇਲੇ ਹਿਟਲਰ ਗਰਾਊਂਡ ਸੀਗਾ, ਤੇ ਹਿਟਲਰ ਨੇ ਧਿਆਨ ਚੰਦ ਨੂੰ ਆਫਰ ਕੀਤੀ ਵੀ ਜੇ ਤੁਸੀਂ ਸਾਡੀ ਜਰਮਨ ਦੀ ਟੀਮ ਵੱਲੋਂ ਖੇਡੋ ਤਾਂ ਤੁਹਾਨੂੰ ਮੈਂ ਫੀਲਡ ਮਾਰਸ਼ਲ ਬਣਾ ਦਾਂਗਾ। ਆਰਮੀ ਦੇ ਵਿੱਚ ਫੀਲਡ ਮਾਰਸ਼ਲ ਸਭ ਤੋਂ ਟੌਪ ਦਾ ਅਹੁਦਾ ਹੈਗਾ, ਜਨਰਲ ਤੋਂ ਵੀ ਉੱਪਰ। ਸਾਡੇ ਮਾਨਕ ਸ਼ਾਹ ਇੱਕੋ ਫੀਲਡ ਮਾਰਸ਼ਲ ਹੋਏ ਨੇ 1971 ਦੀ ਵਾਰ ਦੇ ਜੋ ਜਨਰਲ ਸੀ। ਤਾਂ ਉਸ ਟਾਈਮ ਇੰਡੀਅਨ ਆਰਮੀ 'ਚੋਂ ਛੋਟੀ ਪੋਸਟ 'ਤੇ ਸੀ, ਮੇਜਰ ਰਿਟਾਇਰ ਹੋਏ ਆ। ਉਹਨਾਂ ਨੂੰ ਐਡੀ ਵੱਡੀ ਆਫਰ ਸੀ ਫੀਲਡ ਮਾਰਸ਼ਲ ਬਣਨ ਦੀ, ਪਰ ਉਹਨਾਂ ਨੇ ਜਰਮਨ ਦੀ ਜਗ੍ਹਾ ਇੰਡੀਆ ਨੂੰ ਚੁਣਿਆ। ਧਿਆਨ ਚੰਦ ਤੋਂ ਐਗਜ਼ਾਮਪਲ ਕੋਈ ਵੱਡੀ ਐਗਜ਼ਾਮਪਲ ਨਹੀਂ। ਫਿਰ ਪਲੇਅਰਾਂ ਦੀ ਗੱਲ ਕਰ ਲਓ, ਬਲਵੀਰ ਸੀਨੀਅਰ ਨੇ 3 ਓਲੰਪਿਕ ਗੋਲਡ ਜਿੱਤੇ, ਊਧਮ ਸਿੰਘ 4 ਮੈਡਲ ਜਿੱਤੇ, ਗੁਰਬਚਨ ਰੰਧਾਵਾ, ਮਿਲਖਾ ਸਿੰਘ। ਤੁਸੀਂ ਇਸ ਬੈਲਟ ਦੀ ਗੱਲ ਕਰ ਲਓ ਨਾ, ਟਾਂਗਰਾ ਦੀ, ਇੱਥੇ ਰਈਏ ਚਲੇ ਜਾਓ, ਰਈਏ ਦੇ ਜੁਗਰਾਜ, ਰਾਜਵੀਰ, ਰਾਜਵਿੰਦਰ। ਫਿਰ ਅੱਗੇ ਬਾਬਾ ਬਟਾਲਾ, ਸਟਿਆਲਾ, ਮਹਿਤਾ ਚੌਂਕ, ਨੰਗਲੀ, ਇੰਨੇ ਪਲੇਅਰਸ ਨੇ। ਦਾਰਾ, ਗੁਰਬਚਨ ਰੰਧਾਵਾ, ਤੇਜਵੀਰ ਸਿੰਘ, ਕਮਲਪ੍ਰੀਤ ਸਿੰਘ, ਮੁੰਡਾ ਅੱਜ ਕੱਲ੍ਹ ਹਰਮਨਪ੍ਰੀਤ ਧੀਮਾਵਾਲ ਦਾ ਗਾ, ਦਿਲਪ੍ਰੀਤ ਸਿੰਘ ਆ, ਅੱਗੇ ਹਰਚਰਨ ਸਿੰਘ, ਸਰਵਨਜੀਤ ਸਿੰਘ, ਪ੍ਰਭਜੋਤ ਸਿੰਘ, ਮੁਖਬੈਨ ਸਿੰਘ, ਸੁਰਜੀਤ ਸਿੰਘ। ਲਾਈਨ ਲੱਗ ਜਾਂਦੀ ਹੈ ਓਲੰਪੀਅਨ ਦੀ। ਮੈਂ ਕਈ ਵਾਰੀ ਕਹਿੰਦਾ ਵੀ ਹਰ ਚੱਪੇ ਤੇ ਓਲੰਪੀਅਨ ਆ, ਤੇ ਸਾਡੇ ਹੀਰੋਜ਼ ਨੇ। ਇਹਨਾਂ ਗਰਾਊਂਡਾਂ 'ਚ, ਇਸੇ ਨੰਗਲੀ ਦੇ ਗਰਾਊਂਡ 'ਚ, ਮਹਿਤਾ ਚੌਂਕ ਦੇ ਵਿੱਚ ਪਹਿਲੀ ਵਾਰ ਖੇਡੇ। ਇੱਧਰ ਉਹਨਾਂ ਦੇ ਦੱਸਦੇ ਹੁੰਦੇ ਸੀ ਗੱਲ, ਜਿਵੇਂ ਫਿਰ ਸਰਾਲੀ ਦਾ ਸੀਗਾ ਪ੍ਰਵੀਨ, ਤੇ ਪ੍ਰਵੀਨ ਸਰਾਲੀ 'ਚ ਪ੍ਰੈਕਟਿਸ ਕਰਦਾ ਸੀਗਾ। ਇਸ ਚੀਜ਼ ਤੇ ਵੀ ਜਾਣਨਾ ਪਾਓ ਕਿ ਇਹ ਜਿਹੜੇ ਖਿਡਾਰੀ ਆ, ਇਹ ਕਿੰਨਾ ਇਹਨਾਂ ਨੇ ਸਟਰਗਲ ਕੀਤਾ ਹੁੰਦਾ ਤੇ ਉੱਥੇ ਪਹੁੰਚੇ, ਕਿੰਨਾ ਇਹਨਾਂ ਨੇ ਆਪਣਾ ਟਫ ਫੇਸ ਦੇਖਿਆ ਹੁੰਦਾ, ਫਿਜ਼ੀਕਲੀ, ਮੈਂਟਲੀ, ਫਾਈਨੈਂਸ਼ੀਅਲੀ, ਤੇ ਕਿੰਨੇ ਸਾਲ ਲੱਗ ਜਾਂਦੇ ਨੇ, ਬਹੁਤ ਉਮਰਾਂ ਲੱਗ ਜਾਂਦੀਆਂ ਜੀ। ਫਿਰ ਸਪੋਰਟਸਮੈਨ ਦੇ ਜੇ ਇੰਜਰੀ ਹੋ ਜਾਏ ਸਾਰਾ ਕੈਰੀਅਰ ਖਰਾਬ ਜੀ। ਪ੍ਰਭਜੋਤ ਸਿੰਘ ਛੋਟੀ ਜਿਹੀ ਉਮਰ 'ਚ ਉਹਨਾਂ ਨੂੰ NIS 'ਚ ਪਟਿਆਲੇ ਛੱਡਤਾ। ਬਟਾਲੇ ਤੋਂ, ਤੇ ਪ੍ਰਭਜੋਤ ਦਾ ਕਿੱਸਾ ਸੁਣਾਉਂਗਾ, ਉਹਨੂੰ ਬਟਾਲੇ ਤੋਂ ਬੱਸ ਚੜਾਤਾ। ਘਰਦਿਆਂ ਨੇ ਕਹਿਤਾ ਵੀ ਤੂੰ ਅੱਗੇ ਘਰ ਦੇ ਛੱਡ ਕੇ ਆਉਂਦੇ, ਛੋਟਾ ਸੀਗਾ। ਜਿਸ ਘਰਦਿਆਂ ਨੇ ਪਹਿਲੀ ਵਾਰ ਬੱਸ ਚੜਾਇਆ ਤੋਂ ਪਟਿਆਲੇ ਉਤਰ ਜੀ, ਤਾਂ ਕਹਿੰਦਾ ਫਗਵਾੜੇ ਕੋਲੇ ਉੱਥੇ ਲਿਖਿਆ ਹੋਇਆ ਸੀ ਸਟੇਟ ਬੈਂਕ ਆਫ ਪਟਿਆਲਾ। ਉਹ ਸਟੇਟ ਬੈਂਕ ਆਫ ਪਟਿਆਲਾ ਦੇਖ ਕੇ ਉੱਥੇ ਉਤਰ ਗਿਆ। ਐਦੂ ਅਜੀਬ ਕਿੱਸਾ ਕਿ ਇੰਨੀ ਛੋਟੀ ਉਮਰ, ਜਿਹਨੂੰ ਪਟਿਆਲੇ ਦਾ ਨਹੀਂ ਪਤਾ, ਉਹਨੂੰ ਘਰਦਿਆਂ ਨੇ ਖੇਡਣ ਲਈ ਗਰਾਊਂਡ 'ਚ ਭੇਜਦਾ। ਜਦੋਂ ਬੱਚੇ ਉਹ ਗਰਾਊਂਡ 'ਚ ਹੁੰਦੇ ਆ, ਜਦੋਂ ਤੁਸੀਂ ਦੀਵਾਲੀ ਦੁਸ਼ਹਿਰਾ ਆਪਣੇ ਪਰਿਵਾਰ ਨਾਲ ਮਨਾ ਰਹੇ ਹੁੰਦੇ, ਉਹ ਕੈਂਪ ਦੇ ਵਿੱਚ ਹੁੰਦੇ ਆ। ਤੁਹਾਨੂੰ ਹੋਰ ਐਗਜ਼ਾਮਪਲ ਦੱਸਾਂ, ਮਨਪ੍ਰੀਤ ਸਿੰਘ ਇੰਡੀਆ ਦੀ ਹਾਕੀ ਦਾ ਕੈਪਟਨ, ਉਸਦੇ ਫਾਦਰ ਐਕਸਪਾਇਰ ਹੋ ਗਏ। ਉਹ ਜਲਾਨ ਸ਼ਾਹ ਟੂਰਨਾਮੈਂਟ ਖੇਡ ਰਿਹਾ, ਉਹਦੀ ਮਦਰ ਨੇ ਦੱਸਿਆ ਨਹੀਂ। ਉਹ ਆਇਆ, ਸੰਸਕਾਰ ਕਰਕੇ ਅਗਲੇ ਦਿਨ ਫਿਰ ਖੇਡਣ ਚਲਾ ਗਿਆ। ਵਿਰਾਟ ਕੋਹਲੀ ਜਿਸ ਦਿਨ ਮੈਚ ਖੇਡ ਰਿਹਾ ਸੀ, ਉਸਦੇ ਫਾਦਰ ਐਕਸਪਾਇਰ ਹੋਏ। ਮੈਚ ਖੇਡਿਆ, ਸ਼ਾਮ ਨੂੰ ਕ੍ਰਿਮੇਸ਼ਨ ਕੀਤਾ, ਫਿਰ ਮੈਚ ਖੇਡਿਆ। ਤੰਦੂਲਕਰ ਵਰਲਡ ਕੱਪ ਖੇਡਦਾ ਵਾਪਸ ਆਇਆ, ਸੰਸਕਾਰ ਕਰਕੇ ਅਗਲੇ ਦਿਨ ਚਲਾ ਗਿਆ। ਮੁਹੰਮਦ ਸਿਰਾਜ ਰੀਸੈਂਟ ਹੀਰੋ ਬਣਿਆ ਮੈਚ, ਵਨਡੇ ਮੈਚ ਦੇ ਵਿੱਚ। ਮੁਹੰਮਦ ਸਿਰਾਜ ਨੇ ਜਦੋਂ ਏਸ਼ੀਆ ਕੱਪ ਜਿੱਤਿਆ, ਉਦੋਂ ਮੈਂ ਉਹਦੀ ਸਟੋਰੀ ਸ਼ੇਅਰ ਕੀਤੀ। ਉਹ ਆਸਟ੍ਰੇਲੀਆ ਖੇਡਣ ਗਿਆ ਸੀ, ਕੋਵਿਡ ਦੀ ਪ੍ਰੋਟੋਕਾਲ ਸੀ, ਉਹਦੇ ਫਾਦਰ ਐਕਸਪਾਇਰ ਹੋ ਗਏ। ਉਹ ਆਪਦੇ ਵਾਲਦ ਦੇ ਜਦੋਂ ਹੋਇਆ ਸਪੋਰਟ ਤੇ ਖਾ ਕੇ, ਤਾਂ ਉੱਥੇ ਪਹੁੰਚ ਨਹੀਂ ਸਕਿਆ। ਇਸ ਤੋਂ ਵੱਡੀ ਕੀ ਉਹਦੀ ਸੈਕਰੀਫਾਈਸ ਹੋਏਗਾ ਵੀ ਆਪਣੇ ਫਾਦਰ ਨੂੰ ਉਹ ਕਰਮੇਸ਼ਨ ਤੇ ਨਹੀਂ ਪਹੁੰਚ ਸਕਿਆ। ਇੰਡੀਆ ਟੀਮ ਲਈ ਖੇਡ ਰਿਹਾ, ਇਸ ਤੋਂ ਵੱਡਾ ਸੈਕਰੀਫਾਈਸ ਤਾਂ ਕੋਈ ਹੋ ਨਹੀਂ ਸਕਦਾ। ਆਪਣੀ ਫੈਮਿਲੀ ਛੱਡਦੀ, ਘਰ-ਬਾਰ ਛੱਡਤਾ, ਸੱਟਾਂ ਪੇਟਾਂ ਵੀ ਖਾਧੀਆਂ, ਫਾਈਨੈਂਸ਼ੀਅਲੀ ਵੀ ਪਹਿਲਾਂ ਬਹੁਤ ਪ੍ਰੋਬਲਮ ਸੀ, ਡਾਈਟ ਦੀ ਪ੍ਰੋਬਲਮ, ਇਕਵਿਪਮੈਂਟ ਦੀ ਪ੍ਰੋਬਲਮ, ਪਰ ਉਹਨਾਂ 'ਚ ਕਰ ਗੁਜ਼ਰਨ ਦਾ ਜਜ਼ਬਾ ਸੀ।
ਮਤਲਬ ਕਿ ਗੁਰਬਚਨ ਰੰਧਾਵਾ ਜਦੋਂ ਪਹਿਲੀ ਵਾਰ ਖਾਲਸਾ ਕਾਲਜ ਅੰਮ੍ਰਿਤਸਰ ਦੀ ਹਾਰਡਲਾਂ ਤੇ ਪ੍ਰੈਕਟਿਸ ਕਰਦਾ ਸੀ, ਕਿਸ ਤਰ੍ਹਾਂ ਟੁੱਟੀਆਂ ਹਾਰਡਲਾਂ ਤੇ ਪ੍ਰੈਕਟਿਸ ਕਰ ਲਈ, ਗੋਡੇ 'ਚ ਸੱਟ ਵੱਜਣੀ ਤੇ ਕਿਵੇਂ ਕਿਵੇਂ ਰਾਤ ਨੂੰ ਪ੍ਰੈਕਟਿਸ। ਸੁਨੀਤਾ ਰਾਣੀ ਕੁੜੀਆਂ ਦੀ ਗੱਲ ਕੀਤੀ, ਪਹਿਲੀ ਵਾਰ ਜਦੋਂ ਗਰਾਊਂਡ 'ਚ ਜਾਂਦੀ ਸੀ ਐਥਲੈਟਿਕ ਦੇ ਤਾਂ ਉੱਥੇ ਗੁਆਂਢੀਆਂ ਨੇ ਕਹਿਣਾ ਵੀ ਕੀ ਕੁੜੀ ਨਿੱਕਰ ਪਾ ਕੇ ਖੇਡਣ ਜਾਂਦੀ ਆ। ਫਿਰ ਏਸ਼ੀਆ ਦੀ ਜਦੋਂ 골ਡ ਮੈਡਲ ਬਣੀ ਲੋਕਾਂ ਨੇ ਤਾਂ ਸਵਾਗਤ ਕੀਤਾ। ਬਹੁਤ ਐਗਜ਼ਾਮਪਲਸ ਨੇ ਇਸ ਤਰ੍ਹਾਂ ਦੀਆਂ ਜੀ, ਜਿਨ੍ਹਾਂ ਦੀਆਂ ਘਰਦਿਆਂ ਨੇ ਪਹਿਲਾਂ ਲੋਕਾਂ ਨੇ ਗੁਆਂਢੀਆਂ ਨੇ ਕਿਹਾ ਤੁਸੀਂ ਕੁੜੀ ਨੂੰ ਕਿਹੜੇ ਪਾਸੇ ਪਾਤਾ। ਫਿਰ ਜਿਹੜੀ ਕੁੜੀ ਬਾਕਸਿੰਗ ਕਰਦੀ ਹੈ, ਰੈਸਲਿੰਗ, ਤਾਂ ਉਦੋਂ ਇਹ ਵੀ ਕਹਿੰਦਾ ਜੇ ਕੁੜੀ ਦੇ ਚਿਹਰੇ ਤੇ ਸੱਟ ਨਾ ਲੱਗ ਜੇ, ਕੱਲ ਕੁੜੀ ਦਾ ਵਿਆਹ ਕਰਨਾ, ਇਹ ਵੀ ਬਹੁਤ ਵੱਡੀ ਦੇਖੋ ਮੈਂ ਸੈਕਰੀਫਾਈਸ ਆ। ਨਹੀਂ ਆਮ ਉਹਨੇ ਕਹਿੰਦੇ ਆਪਾਂ ਕਹਿੰਦੇ ਸੱਟ ਨਾ ਲੱਗ ਜੇ, ਸੱਟਾਂ ਪੇਟਾਂ ਤੋਂ ਵੀ ਉਹਨਾਂ ਨੂੰ ਇਸ ਤਰ੍ਹਾਂ ਹੁੰਦਾ ਗਾ। ਤੇ ਜਿੰਨੀ ਸਪੋਰਟਸਮੈਨ ਦੀ ਲਾਈਫ 'ਚ ਸਟਰਗਲ ਆ ਨਾ, ਪੰਜਾਬੀ ਦੀ ਕਹਾਵਤ ਆ ਨਾ, ਕਹਿੰਦੇ ਸਾਧ ਬਣਨਾ ਪੈਂਦਾ, ਤੇ ਉਹ ਸਾਧ ਬਣ ਕੇ ਪ੍ਰੈਕਟਿਸ ਕਰਦੇ ਨੇ ਸਪੋਰਟਸਮੈਨ। ਤਾਂ ਹੀ ਮੈਨੂੰ ਸਪੋਰਟਸ ਪਰਸਨ ਬੜੇ ਵਧੀਆ ਲੱਗਦੇ ਆ, ਮੈਂ ਇਹਨਾਂ ਦਾ ਮੈਂ ਐਡਮਾਇਰ ਕਰਦਾ, ਤਾਂ ਹੀ ਮੇਰੇ ਰੋਲ ਮਾਡਲ ਨੇ, ਕਿਉਂਕਿ ਇਹਨਾਂ ਤੋਂ ਵੱਡਾ ਕੋਈ ਉਹ ਕਿਰਦਾਰ ਨਹੀਂ ਹੋ ਸਕਦਾ ਜਿਹੜੇ ਆਪਣਾ ਪਸੀਨਾ ਖੂਨ ਵਹਾ ਕੇ। ਮਨਜੀਤ ਕੌਰ ਆ, ਉਹਦੇ ਦੋਹਾ ਏਸ਼ੀਅਨ ਗੇਮ 'ਚ ਪੱਟ ਤੇ ਸੂਪ ਡੁੱਲ ਗਿਆ ਸੀਗਾ, ਤੇ ਜਦੋਂ ਉਹ ਸੂਪ ਡੁੱਲ ਗਿਆ ਵਿਚਾਰੀ ਦੇ, ਉਹਦੇ ਪੱਟ ਤੇ ਛਾਲੇ ਪੈ ਗਏ, ਜਦੋਂ ਭੱਜੀ ਤਾਂ ਛਾਲੇ ਬਲੀਡਿੰਗ ਹੋਣ ਲੱਗ ਗਈ, ਉਹ ਉਸੇ ਤਰ੍ਹਾਂ ਗਰਾਊਂਡ 'ਚ ਭੱਜੀ। ਤੇ ਇਸ ਕਰਕੇ ਇਹ ਬਹੁਤ, ਜੇ ਸਟੋਰੀਆਂ ਖੋਲ ਕੇ ਬੈਠੋ ਤਾਂ ਪਲੇਅਰਾਂ ਦੇ ਕਿੱਸੇ ਹੀ ਕਿੱਸੇ ਆਉਣਗੇ ਸਾਹਮਣੇ। ਹਾਂ, ਸੋ ਪੰਜਾਬ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਆ, ਤੇ ਬੜੀ ਵਧੀਆ ਗੱਲ ਹੈ। ਇਸ ਕਰਕੇ ਨਵਦੀਪ ਸਿੰਘ ਗਿੱਲ ਜੀ ਦੀ ਸਪੈਸ਼ਲ ਇੰਟਰਵਿਊ ਕੀਤੀ ਕਿ ਇਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵਾ ਜੋ ਕਿ ਸਾਡੇ ਲਈ ਪੜ੍ਹਨੀਆਂ ਬੜੀਆਂ ਜ਼ਰੂਰੀ ਆ, ਸਾਡੇ ਲਈ ਇੰਸਪੀਰੇਸ਼ਨ ਆ, ਸਾਡੇ ਲਈ ਮੋਟੀਵੇਸ਼ਨ ਆ, ਕਿਉਂਕਿ ਉਹ ਸਪੋਰਟਸ ਦੀਆਂ ਉਦਾਹਰਨਾਂ ਨੇ, ਸਪੋਰਟਸ ਦੇ ਪਲੇਅਰਸ ਦੀਆਂ ਉਦਾਹਰਨਾਂ ਨੇ ਜਿਹੜੀਆਂ ਕਿ ਸਾਡੇ ਅੰਦਰ ਬਹੁਤ ਸਾਰਾ ਜਜ਼ਬਾ ਜਿਹੜਾ ਉਹ ਪੈਦਾ ਕਰ ਸਕਦੀਆਂ ਨੇ। ਮੈਂ ਤੇ ਆਪ ਤੁਹਾਨੂੰ ਪ੍ਰੋਪਰ ਪੜ੍ਹਨਾ ਸ਼ੁਰੂ ਕਰਨਾ। ਸਪੋਰਟਸ ਇੱਕ ਐਸਾ ਫੀਲਡ ਹੈ ਜਿਹਦੇ ਵਿੱਚ ਤੁਸੀਂ ਸਿਰਫ ਮੈਂਟਲੀ ਨਹੀਂ, ਫਿਜ਼ੀਕਲੀ ਬੜਾ ਚੈਲੰਜ ਹੁੰਦੇ, ਤੇ ਸਾਨੂੰ ਹੋ ਸਕਦਾ ਕਿ ਮੈਂਟਲ ਅਸੀਂ ਆਕਿਊਪਾਈਡ ਹੋਈਏ ਕਿ ਸਾਡਾ ਬਿਜ਼ਨਸ ਆ, ਸਾਡੀ ਪਰਸਨਲ ਲਾਈਫ ਆ, ਪਰ ਫਿਜ਼ੀਕਲੀ ਤੇ ਹੀ ਬਿਲਕੁਲ ਠੀਕ ਹੈ ਨਾ, ਸਾਡੇ ਕਿਤੇ ਦਰਦ ਨਹੀਂ ਹੋ ਰਹੀ, ਕੁਛ ਨਹੀਂ, ਤੇ ਫਿਰ ਵੀ ਜਿਹੜਾ ਉਹ ਅਸੀਂ ਆਪਣਾ ਜੇ ਬੈਸਟ ਨਾ ਦੇ ਪਾਈਏ ਤੇ ਫਿਰ ਚੰਗੀ। ਸਪੋਰਟਸ ਨਾਲ ਸਾਰਿਆਂ ਨੂੰ ਜੋੜਦਾ। ਅਸਲ 'ਚ ਸਾਡਾ ਤਿਉਹਾਰ ਵੀ ਵੱਖਰੇ ਵੱਖਰੇ ਹੋ ਸਕਦੇ ਆ, ਸਾਡੇ ਦਿਨ ਵੀ ਵੱਖੋ ਵੱਖਰੇ ਹੋ ਸਕਦੇ ਆ, ਸਾਡੇ ਰੀਤੀ ਰਿਵਾਜ, ਰਸਮੋ ਰਿਵਾਜ, ਕੱਪੜਾ ਪਹਿਰਾਵਾ ਵੱਖਰਾ ਹੋ ਸਕਦਾ। ਸਪੋਰਟਸ ਕਾਮਨ ਆ। ਮਤਲਬ ਕਿ ਪਿੱਛੇ ਇੱਕ ਬੜਾ ਇੰਟਰਸਟਿੰਗ ਕਿੱਸਾ ਹੋਇਆ, ਉੱਥੇ ਜਦੋਂ ਹੰਗਰੀ ਬੁਡਾਪੈਸਟ 'ਚ ਵਰਲਡ ਚੈਂਪੀਅਨਸ਼ਿਪ ਹੋਈ, ਸਾਡੇ 4 ਰਿਲੇਅ ਦੇ ਪਲੇਅਰ ਭੱਜ ਰਹੇ ਸੀ, ਉਹਨਾਂ 'ਚ 2 ਮੁਸਲਿਮ ਸੀ, ਇੱਕ ਹਿੰਦੂ ਸੀ ਤੇ ਇੱਕ ਕ੍ਰਿਸਚੀਅਨ ਸੀ। ਇਸ ਤੋਂ ਸੋਹਣੀ ਐਗਜ਼ਾਮਪਲ ਕੀ ਮਿਲੂ। ਆ ਹੁਣ ਰੀਸੈਂਟ ਇਹੀ ਗੱਲ ਕਰਨ ਵਾਲੀ ਸੀ ਮੈਂ ਅਗਲੀ, ਕਿ ਅਮੀਰੀ ਗਰੀਬੀ ਕੁਝ ਨਹੀਂ ਹੁੰਦਾ, ਸਾਰੇ ਇੱਕੋ ਪਲੇਟਫਾਰਮ ਤੇ ਆ ਜਾਂਦੇ, ਇੱਕੋ ਯੂਨੀਫਾਰਮ 'ਚ ਉਹਨਾਂ ਦੇ ਕੋਲ ਇੰਡੀਆ ਦਾ ਕਲਰ ਹੁੰਦਾ। ਹੁਣ ਉਹ ਦਿਨ ਫੋਟੋ ਆਈ, ਮੁਹੰਮਦ ਸਿਰਾਜ ਤੇ ਪ੍ਰਸਿੱਧ ਕ੍ਰਿਸ਼ਨਾ ਦੋਨੇ ਪਲੇਅਰ ਬੈਠੇ ਆ, ਕਹਿੰਦੇ ਕ੍ਰਿਸ਼ਨਾ ਤੇ ਮੁਹੰਮਦ ਸਿਰਫ ਖੇਡ ਗਰਾਊਂਡ 'ਚ ਇਕੱਠੇ ਹੋ ਸਕਦੇ ਆ। ਤੇ ਤੁਸੀਂ ਹੋਰ ਕਿੱਸਾ ਸੁਣਾਵਾਂ ਤੁਹਾਨੂੰ, ਅਬਦੁਲ ਖਾਲਿਕ ਜਿਹੜੇ ਮਿਲਖਾ ਸਿੰਘ ਨਾਲ ਮੁਕਾਬਲਾ ਕਰਦੇ ਸੀ, ਉਹ ਪਾਕਿਸਤਾਨ ਆਰਮੀ ਜੌਬ ਕਰਦੇ ਸੀ। 1971 ਦੀ ਵਾਰ 'ਚ ਜਦੋਂ ਪਾਕਿਸਤਾਨ ਦੇ 93,000 ਫੌਜੀਆਂ ਨੇ ਸਰੈਂਡਰ ਕੀਤਾ, ਉਹਨਾਂ 'ਚ ਅਬਦੁਲ ਖਾਲਿਕ ਵੀ ਸੀ, ਤੇ ਉਹ ਆਪਣੇ ਇੰਡੀਆ ਦੀ ਕਿਸੇ ਜੇਲ੍ਹ ਦੇ ਵਿੱਚ ਜੰਗੀ ਕੈਦੀ ਸੀ। ਤਾਂ ਅਬਦੁਲ ਖਾਲਿਕ ਨੇ ਸਿਰਫ ਕਿਹਨੂੰ ਕਾਲ ਕੀਤੀ, ਕਹਿੰਦੇ ਮਿਲਖਾ ਸਿੰਘ, ਗੁਰਬਚਨ ਰੰਧਾਵਾ ਤੇ ਪ੍ਰਦੁਮਨ ਸਿੰਘ ਮੇਰੇ ਨਾਲ ਖੇਡਦੇ ਰਹੇ ਆ, ਜੇ ਮੈਂ ਇਸ ਜੇਲ੍ਹ ਦੇ ਵਿੱਚ ਆ ਤਾਂ ਮੈਂ ਆ ਸਕਦੇ ਆ। ਤੇ ਗੁਰਬਚਨ ਰੰਧਾਵਾ ਨੇ ਉਹਨੇ ਜੇਲ੍ਹ 'ਚ ਜਾ ਕੇ ਹੈਲਪ ਕੀਤੀ। ਮਤਲਬ ਕਿ ਕਿੱਡੇ ਕਿਰਦਾਰ ਆ, ਕਿਸ ਤਰ੍ਹਾਂ ਦਿਲ ਜੋੜਦੇ ਨੇ। ਖੇਡਾਂ ਤੋਂ ਵੱਡੀ ਕੋਈ ਸਾਂਝ ਨਹੀਂ, ਬੌਂਡਿੰਗ ਹੋ ਸਕਦੀ। ਅੱਜ ਮੇਰੇ ਜ਼ਿਹਨ 'ਚ ਇੱਕ ਬੜਾ ਨਵਾਂ ਖਿਆਲ ਆ ਰਿਹਾ ਹੈ। ਮੈਨੂੰ ਏਦਾਂ ਲੱਗਦਾ ਹੈ ਕਿ ਬਹੁਤ ਸਾਰੇ ਮੂਵੀ ਪ੍ਰੋਡਿਊਸਰਸ, ਡਾਇਰੈਕਟਰਸ ਨੂੰ ਜਿਹੜਾ ਵਾ ਉਹ ਨਵਦੀਪ ਸਿੰਘ ਗਿੱਲ ਜੀ ਨਾਲ ਕੰਟੈਕਟ ਕਰਨਾ ਚਾਹੀਦਾ, ਕਿਉਂਕਿ ਇਹਨਾਂ ਕੋਲ ਖਜ਼ਾਨਾ ਹੈ ਸਪੋਰਟਸ ਦਾ। ਤੇ ਜੇ ਕਿਸੇ ਡਾਇਰੈਕਟਰ ਨੂੰ, ਫਿਲਮ ਪ੍ਰੋਡਿਊਸਰ ਨੂੰ, ਮੈਨੂੰ ਲੱਗਦਾ ਕਿ ਜੇ ਉਹਦਾ ਇਹੋ ਜਿਹਾ ਟੇਸਟ ਆ ਕਿ ਉਹਨੇ ਸਪੋਰਟਸ ਪਰਸਨਸ ਤੇ ਜਿਹੜੀਆਂ ਉਹ ਖਾਸ ਕਰਕੇ ਪੰਜਾਬੀ ਮੂਵੀਜ਼ ਜੇ ਅਸੀਂ ਬਣਾਉਣੀਆਂ ਨੇ ਕਿ ਜਿਹਦੇ ਨਾਲ ਯੂਥ ਨੂੰ ਇੱਕ ਇੰਸਪੀਰੇਸ਼ਨ ਮਿਲ ਸਕੇ, ਤੇ ਮੈਨੂੰ ਲੱਗਦਾ ਇਹਨਾਂ ਤੋਂ ਬਿਹਤਰ ਕੋਈ ਬੰਦਾ ਨਹੀਂ ਹੋਣਾ। ਮੈਨੂੰ ਏਦਾਂ ਲੱਗ ਰਿਹਾ ਜੋ ਮੇਰੇ ਮਨ 'ਚ ਖਿਆਲ ਆ ਰਿਹਾ। ਸੋ ਆਪਣੀ ਇੰਟਰਵਿਊ ਤੇ ਮੈਨੂੰ ਲੱਗਦਾ ਲੰਬੀ ਹੋਈ ਜਾਣੀ ਹੈ, ਸੋ ਆਈ ਵਿਲ ਟੇਕ 2-3 ਮੋਰ ਕੁਐਸਚਨਸ। ਤੇ ਖਾਸ ਕਰਕੇ ਕਹਿੰਦੇ ਕਿ ਜਦੋਂ ਅਸੀਂ ਆਪਣੀ ਜਗ੍ਹਾ ਤੇ ਬੈਠ ਕੇ ਮਿਹਨਤ ਕਰਦੇ ਰਹਿੰਦੇ ਆ ਤੇ ਜਿਹੜੀਆਂ ਰੈਕੋਗਨੀਸ਼ਨਸ ਆ ਆਪੇ ਤੁਹਾਡੇ ਟੇਬਲ ਤੇ ਆ ਜਾਂਦੀਆਂ, ਹਨਾ। ਮੇਰੇ ਨਾਲ ਵੀ ਇਦਾਂ ਹੀ ਹੋਇਆ। ਮੈਂ ਆਪਣੇ ਪਿੰਡ ਵਿੱਚ, ਛੋਟੇ ਜਿਹੇ ਪਿੰਡ ਵਿੱਚ ਬੈਠ ਕੇ ਕੰਮ ਕਰ ਰਹੀ ਹਾਂ, ਮੈਨੂੰ ਕੋਈ ਮੀਡੀਏਟਰ ਨਹੀਂ ਜਾਣਦਾ, ਕੁਛ ਨਹੀਂ ਆ, ਬਟ ਫਿਰ ਵੀ ਅਪ ਟੂ ਦ ਪ੍ਰਾਈਮ ਮਿਨਿਸਟਰ ਮੈਨੂੰ ਮਿਲਣ ਦਾ ਜਿਹੜਾ ਮੌਕਾ ਮਿਲਿਆ। ਤੇ ਮੈਂ ਆਪਣੀ ਜ਼ਿੰਦਗੀ 'ਚ ਮਹਿਸੂਸ ਕੀਤਾ ਕਿ ਤੁਸੀਂ ਆਪਣੀ ਜਗ੍ਹਾ ਤੇ ਬੈਠ ਕੇ ਕੰਮ ਕਰਦੇ ਜਾਓ ਤੇ ਜਿਹੜੀਆਂ ਰੈਕੋਗਨੀਸ਼ਨਸ ਆ, ਤੁਹਾਡੇ ਅਵਾਰਡਸ ਆ, ਹਰ ਚੀਜ਼ ਤੁਹਾਡੇ ਆਪੇ ਹੀ ਸਾਹਮਣੇ ਆਉਂਦੇ ਹੁੰਦੇ। ਮੈਂ ਤੁਹਾਡਾ ਵੀ ਬਹੁਤ ਹੀ ਲੰਬੀ ਲਿਸਟ ਹੈ ਨਵਦੀਪ ਜੀ ਦੀ, ਬਹੁਤ ਜਗ੍ਹਾ ਇਹ ਸਨਮਾਨਿਤ ਹੋਏ ਨੇ, ਬਹੁਤ ਸਾਰੀਆਂ ਸਟੇਜਿਸ ਤੇ ਇਹਨਾਂ ਨੂੰ ਰੈਕੋਗਨਾਈਜ਼ ਕੀਤਾ ਗਿਆ। ਫਿਰ
ਕਿਸ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਜੋ ਤੁਹਾਡੇ ਕੰਮ ਲਈ ਤੁਹਾਨੂੰ ਰੈਕਗਨਾਈਜ਼ ਕੀਤਾ ਜਾਂਦਾ ਹੈ, ਕਿ ਤੁਹਾਨੂੰ ਅੰਦਰੋਂ ਕੋਈ ਵੇਟ ਹੁੰਦੀ ਹੈ ਕਿ ਆਪਣੇ ਆਪ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਜਾ ਰਹੀਆਂ? ਤੁਸੀਂ ਜਿਹੜੀ ਗੱਲ ਸ਼ੁਰੂ 'ਚ ਕਹੀ ਉਹ ਗੱਲ ਮੈਂ ਸਹਿਮਤ ਹਾਂ। ਤੁਸੀਂ ਤੁਹਾਡਾ ਕੰਮ ਕਰਨਾ। ਜੇ ਤੁਸੀਂ ਆਪਣਾ ਕਿਸੇ ਏਮ ਨੂੰ ਲੈ ਕੇ ਵੀ ਕੋਈ ਰਿਵਾਰਡ ਵਾਸਤੇ ਕੰਮ ਕਰਦੇ ਹੋ, ਫਿਰ ਮੇਰੇ ਖਿਆਲ 'ਚ ਉਨਾ ਉਸ ਪੈਸ਼ਨ ਨਾਲ ਤੁਸੀਂ ਕੰਮ ਨਹੀਂ ਕਰ ਸਕਦੇ। ਮੇਰੀ ਤਾਂ ਰੈਕਗਨਾਈਜੇਸ਼ਨ ਇਹੀ ਹੁੰਦੀ ਹੈ ਜਦੋਂ ਮੈਨੂੰ ਕੋਈ ਪਲੇਅਰ, ਮੈਂ ਦੱਸ ਰਿਹਾ ਜਿੰਨਾ ਪਲੇਅਰਸ ਨੂੰ ਮੇਰੇ ਪੇਰੈਂਟਸ ਫੋਲੋ ਕਰਦੇ ਸੀ, ਮੇਰੇ ਫਾਦਰ ਸਾਹਿਬ ਫੋਲੋ ਕਰਦੇ ਸੀ, ਮੈਂ ਫੋਲੋ ਕਰਦਾ ਸੀ, ਉਹਨਾਂ ਪਲੇਅਰਾਂ ਦੀ ਮੈਨੂੰ ਦੋਸਤੀ ਮੰਨਣ ਦਾ ਮੌਕਾ ਮਿਲਿਆ। ਇਸ ਤੋਂ ਵੱਡਾ ਕੋਈ ਰਿਵਾਰਡ ਕੋਈ ਨਹੀਂ ਹੋਏਗਾ। ਮਤਲਬ ਕਿ ਬਾਕੀ ਤਾਂ ਚਲੋ ਸਾਡੇ ਸਮਾਜ ਦੇ ਵਿੱਚ ਹੁੰਦਾ, ਅਵਾਰਡ ਮਾਨ ਸਨਮਾਨ ਮਿਲਦੇ ਆ ਤੇ ਚੰਗਾ ਲੱਗਦਾ। ਕਿਹੜੇ ਮਾਨ ਸਨਮਾਨ ਤੁਹਾਨੂੰ ਤੁਹਾਡੇ ਜ਼ਿਹਨ 'ਚ ਪੂਰੇ ਯਾਦ ਆ ਤੇ ਤੁਹਾਨੂੰ ਲੱਗਦਾ ਕਿ ਹਾਂ ਇੱਥੇ ਮੈਨੂੰ ਬਹੁਤ ਖੁਸ਼ੀ ਹੋਈ? ਦੇਖੋ ਕਿਲ੍ਹਾ ਰਾਏਪੁਰ ਖੇਡਾਂ ਤੇ ਵੀ ਮਾਨ ਸਨਮਾਨ ਮਿਲਿਆ, ਕੋਟਲਾ ਸ਼ਾਹੀਆਂ ਵੀ ਮਾਨ ਸਨਮਾਨ ਮਿਲਿਆ, ਜਰਖੜ ਖੇਡਾਂ ਤੇ ਵੀ ਸਨਮਾਨ ਮਿਲਿਆ। ਪਰ ਕੁਛ ਮੈਂ ਨਾ ਇੱਕ ਗੱਲ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਮਿਲਿਆ। ਮੇਰੇ ਚੀਮਾ ਜੋਧਪੁਰ ਸਕੂਲ ਜਿੱਥੋਂ ਮੈਂ ਪੜ੍ਹਿਆ ਗਾ, ਸਰਕਾਰੀ ਹਾਈ ਸਕੂਲ, ਉੱਥੇ ਇੱਕ ਐਨੂਅਲ ਫੰਕਸ਼ਨ ਦੇ ਵਿੱਚ ਮੈਨੂੰ, ਕਿਉਂਕਿ ਮੇਰੇ ਫਾਦਰ ਨੇ ਉਸ ਪਿੰਡ ਦੇ ਵਿੱਚ ਉਸ ਸਕੂਲ 'ਚ 32 ਸਾਲ ਪੜ੍ਹਾਇਆ, ਉਸੇ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਮੇਰੇ ਮਦਰ ਨੇ ਪੜ੍ਹਾਇਆ। ਉਸ ਸਕੂਲ ਦੇ ਐਨੂਅਲ ਫੰਕਸ਼ਨ ਦੇ ਓਲਡ ਸਟੂਡੈਂਟ ਮੀਟ 'ਚ ਮੈਨੂੰ ਐਜ਼ ਚੀਫ ਗੈਸਟ ਬੁਲਾਇਆ ਗਿਆ ਤੇ ਮੈਨੂੰ ਆਨਰ ਕੀਤਾ। ਰੀਸੈਂਟਲੀ ਮੈਨੂੰ ਮੇਰੇ ਆਪਣੇ ਪਿੰਡ ਸ਼ਹਿਣਾ ਦੇ ਵਿੱਚ ਗਰਲਸ ਸਕੂਲ ਦੇ ਵਿੱਚ ਮੇਰਾ ਲੈਕਚਰ ਰਖਾ ਕੇ ਭਾਸ਼ਾ ਵਿਭਾਗ ਬਰਨਾਲਾ ਦਫ਼ਤਰ ਨੇ ਮੈਨੂੰ ਆਨਰ ਕੀਤਾ। ਮੈਨੂੰ ਉਹ ਲੱਗਦਾ ਵੀ ਮੇਰਾ ਆਪ ਦੀ ਮਿੱਟੀ, ਜਿੱਥੇ ਜੇ ਮੇਰੀ ਜੜ੍ਹਾਂ ਸ਼ਹਿਣਾ ਪਿੰਡ, ਚੀਮਾ ਜੋਧਪੁਰ, ਬਰਨਾਲਾ, ਜਿਹੜਾ ਉੱਥੇ ਮਾਨ ਸਨਮਾਨ ਮਿਲਿਆ, ਉਹ ਮੈਨੂੰ ਸਭ ਤੋਂ ਵੱਧ ਲੱਗਦਾ ਕਿ ਉੱਥੇ ਮੈਂ ਆਪਦੀ ਜ਼ਿੰਦਗੀ ਦੀ ਪਹਿਲੀ ਪਲੰਘ ਪੱਟੀ ਸੀ। ਕਿਉਂਕਿ ਮੈਂ ਬਾਹਰਲਿਆਂ ਲਈ, ਜਦੋਂ ਮੈਂ ਜਲੰਧਰ ਸੀ, ਚੰਡੀਗੜ੍ਹ ਬਾਹਰ ਆ, ਉਹਨਾਂ ਲਈ ਤਾਂ ਨਵਦੀਪ ਗਿੱਲ ਹੋ ਸਕਦਾ, ਸਪੋਰਟਸ ਜਰਨਲਿਸਟ ਹੋ ਸਕਦਾ, ਸਪੋਰਟਸ ਰਾਈਟਰ, ਉਹ ਮੈਨੂੰ ਉਹੀ ਨਿਕਨੇਮ ਬੰਟੀ ਤੋਂ ਬੁਲਾਉਂਦੇ ਨੇ। ਮਤਲਬ ਕਿ ਉੱਥੇ ਜਿਹੜਾ ਮੈਂ ਕੈਰੀਅਰ ਸ਼ੁਰੂ ਕੀਤਾ ਜੀ, ਉੱਥੇ ਮੈਨੂੰ ਸਨਮਾਨ ਮਿਲਿਆ। ਜਿਸ ਕਾਲਜ 'ਚ ਮੈਂ ਪੜ੍ਹਿਆ, SD ਕਾਲਜ, ਉੱਥੇ ਸਨਮਾਨ ਮਿਲਿਆ। ਉਹ ਮੈਂ ਸਭ ਤੋਂ ਉਹਨੂੰ ਵੱਡੇ ਮੰਨਦਾ ਵੀ ਜਿਸ ਇੰਸਟੀਟਿਊਸ਼ਨ ਨੇ ਮੈਨੂੰ ਬਣਾਇਆ, ਤੇ ਉੱਥੇ ਮੈਨੂੰ ਮੇਰੀ ਪੰਜਾਬੀ ਯੂਨੀਵਰਸਿਟੀ ਦੇ ਸਪੋਰਟਸ ਫੰਕਸ਼ਨ 'ਚ ਮੈਨੂੰ 2 ਵਾਰੀ ਬੁਲਾ ਕੇ ਉਹਨਾਂ ਨੇ ਆਨਰ ਕੀਤਾ। ਤੇ ਇੱਕ ਮੈਨੂੰ ਜਿਹੜਾ ਇੱਕ ਪ੍ਰਿੰਸੀਪਲ ਸਰਵਨ ਸਿੰਘ ਮੇਰੇ ਗੁਰੂ ਆ, ਤੇ ਪ੍ਰਿੰਸੀਪਲ ਸਰਵਨ ਸਿੰਘ ਅਵਾਰਡ ਮੈਨੂੰ ਦਿੱਤਾ ਗਿਆ ਪੰਜਾਬੀ ਯੂਨੀਵਰਸਿਟੀ 'ਚ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ। ਤਾਂ ਉਹ ਮੈਨੂੰ ਬੜੇ ਚੰਗੇ ਲੱਗੇ, ਮੈਨੂੰ ਦਿਲ ਨੂੰ ਬੜੇ ਸਕੂਨ ਮਿਲਿਆ ਵੀ ਇਹਨਾਂ ਚੀਜ਼ਾਂ ਦੇ ਕਿਸੇ ਵੇਲੇ ਡ੍ਰੀਮ ਹੁੰਦਾ ਸੀਗਾ ਤੇ ਅੱਜ ਮੈਨੂੰ ਉੱਥੇ ਮੌਕਾ ਮਿਲਿਆ ਮਾਨ ਸਨਮਾਨ ਦਾ। ਸੋ ਕਰੰਟਲੀ ਜੀ ਅੱਜ ਕੱਲ ਗੱਲ ਕਰੀਏ ਤੇ ਮੇਜਰ ਅਸਾਈਨਮੈਂਟਸ ਕਿਹੜੀਆਂ ਚੱਲ ਰਹੀਆਂ ਅੱਜ ਕੱਲ, ਕੀ ਕਰ ਰਹੇ ਹੋ? ਜਦੋਂ ਕਹਿੰਦੇ ਰੀਸੈਂਟ ਮੈਂ 3-4 ਕਿਤਾਬਾਂ ਤੇ ਤਾਂ ਕੰਮ ਕਰ ਹੀ ਰਿਹਾ। ਅਵਨੀਤ ਸਿੱਧੂ ਦੀ ਬਾਇਓਗ੍ਰਾਫੀ ਲਿਖਣੀ ਆ, ਉਹਦੇ ਤੇ ਸੁਰਜੀਤ ਸਿੰਘ ਹਾਕੀ ਓਲੰਪੀਅਨ ਦੀ ਬਾਇਓਗ੍ਰਾਫੀ ਲਿਖਣੀ ਆ, ਮਨਜੀਤ ਕੌਰ ਦੇ ਵੀ ਲਿਖਣਾ, ਪ੍ਰਵੀਨ ਕੁਮਾਰ ਤੇ ਵੀ ਲਿਖਣਾ। ਇੱਕ ਮੈਂ ਹੋਰ ਕਾਲਮ 2 ਸਟਾਰਟ ਕੀਤੇ ਆ। ਜਗਬਾਣੀ ਪੰਜਾਬ ਕੇਸਰੀ 'ਚ ਮੇਰਾ ਕਾਲਮ ਸ਼ੁਰੂ ਹੋਇਆ, ਮਾਣ ਮੱਤੀਆਂ ਪੰਜਾਬਣ ਖਿਡਾਰਨਾ। ਉਹਦੇ 3 ਕਿਸ਼ਤਾਂ ਆ ਗਈਆਂ, ਹਰ ਸੰਡੇ ਕਾਲਮ ਆਉਂਦਾ, ਤੇ ਉਹ ਕਿਸ਼ਤਾਂ ਤੋਂ ਬਾਅਦ ਮੈਂ ਉਸ ਨੂੰ ਕਿਤਾਬ ਦਾ ਰੂਪ ਦਊਂਗਾ, ਪੰਜਾਬ ਦੀ ਸਿਰਫ ਕੁੜੀਆਂ ਦੀ ਸਪੋਰਟਸ ਤੇ। ਦੂਜਾ ਮੈਂ ਇੱਕ ਅਮਰੀਕਾ ਦੇ ਮੈਗਜ਼ੀਨ ਲਈ ਆਰਟੀਕਲ ਸ਼ੁਰੂ ਕੀਤੇ ਲਿਖਣੇ, ਕਿਉਂਕਿ ਪੰਜਾਬ ਚੜ੍ਹਦੇ ਤੇ ਲਹਿੰਦਾ ਪੰਜਾਬ ਮੈਨੂੰ ਇੱਕੋ ਲੱਗਦਾ ਗਾ। ਮਤਲਬ ਕਿ ਪਾਕਿਸਤਾਨ ਪੰਜਾਬ ਨੇ ਵੀ ਬਹੁਤ ਖਿਡਾਰੀ ਪੈਦਾ ਕੀਤੇ, ਭਾਰਤੀ ਪੰਜਾਬ ਨੇ ਵੀ। ਤਾਂ ਮੈਂ ਇੱਕ ਸੋਚਿਆ ਵੀ ਪੰਜਾਬ ਤੇ ਭਾਰਤ ਤੇ ਪਾਕਿਸਤਾਨ ਦੇ ਪੰਜਾਬਾਂ ਦੇ ਖਿਡਾਰੀਆਂ ਤੇ ਲਿਖਿਆ ਜਾਵੇ। ਇੱਕ ਕਿਸ਼ਤ 'ਚ ਇੰਡੀਆ ਦੇ ਪੰਜਾਬ ਦਾ ਖਿਡਾਰੀ, ਦੂਜੀ ਕਿਸ਼ਤ 'ਚ ਪਾਕਿਸਤਾਨ ਦੇ ਪੰਜਾਬ ਦਾ, ਚੜ੍ਹਦੇ ਤੇ ਲਹਿੰਦਾ ਪੰਜਾਬ। ਤੇ ਕਿਤਾਬ ਦਾ ਨਾਂ ਰੱਖਿਆ ਜਾਵੇ ਖਿਡਾਰੀ 5 ਆਪ ਦੇ। ਤੇ ਇਹ 2 ਪ੍ਰੋਜੈਕਟ ਮੇਰੇ ਕਾਲਮ ਵਾਈਜ਼ ਚੱਲ ਰਹੇ ਆ। 2-3 ਪਲੇਅਰਸ ਦੀ ਬਾਇਓਗ੍ਰਾਫੀ ਲਿਖਣੀ ਆ, ਤੇ ਇਹ ਮੇਰੇ ਟਾਰਗੇਟਸ ਆ ਜਿਹੜੇ ਮੈਂ ਚਾਹੁੰਦਾ ਵੀ ਆਉਂਦੇ 1-2 ਸਾਲ 'ਚ ਮੈਂ ਕੰਪਲੀਟ ਕਰਾਂ। ਬਹੁਤ ਹੀ ਵਧੀਆ, ਬਹੁਤ ਅੱਛਾ ਮੈਨੂੰ ਲੱਗਾ ਅੱਜ ਤੁਹਾਡੇ ਨਾਲ ਗੱਲ ਕਰਕੇ। ਤੇ ਆਉਣ ਵਾਲੇ ਜਿਹੜੇ ਸਾਡਾ ਯੂਥ ਆ ਪੰਜਾਬ ਦਾ, ਉਹਨਾਂ ਲਈ ਕੋਈ ਮੈਸੇਜ ਦਿਓ ਅੱਜ? ਦੇਖੋ ਯੂਥ ਨੂੰ ਇਹ, ਤੁਸੀਂ ਰਿਵਰਸ ਮਾਈਗ੍ਰੇਸ਼ਨ ਦੀ ਵੀ ਗੱਲ ਕੀਤੀ, ਸਾਡਾ ਪ੍ਰਿੰਸੀਪਲ ਸਰਵਨ ਸਿੰਘ ਬੜੀ ਸੋਹਣੀ ਗੱਲ ਕਹਿੰਦੇ ਆ, ਕਹਿੰਦੇ ਉਹ ਧਰਤੀ ਆ ਪੰਜਾਬ ਜਿੱਥੇ ਹਰ ਮੌਸਮ, ਗਰਮੀ, ਸਰਦੀ, ਧੁੱਪਾਂ, ਹਨੇਰੀਆਂ, ਛਾਵਾਂ, ਮੀਂਹ, ਮਤਲਬ ਕਿ ਪਤਝੜ, ਬਸੰਤ, ਇਹ ਧਰਤੀ ਹੈ ਕਹਿੰਦੇ ਜਿੱਥੇ 280 ਮਣ ਕੁਆਂਟਲ ਫਸਲ ਹੁੰਦੀ, 80 ਮਣ ਹੁੰਦੀ ਆ। ਫਿਰ ਸਾਡੇ ਇੱਥੇ ਹਰ ਤਰ੍ਹਾਂ ਦਾ ਪੌਣ ਪਾਣੀ ਮਿਲ ਜੂਗਾ, ਸਾਨੂੰ ਗਰਾਊਂਡ ਵੀ ਮਿਲ ਜਾਏਗਾ, ਸਾਨੂੰ ਜੰਗਲ ਵੀ ਮਿਲ ਜਾਏਗਾ, ਸਾਨੂੰ ਦਰਿਆ ਵੀ ਮਿਲਦਾ, ਸਾਨੂੰ ਪਹਾੜੀ ਇਲਾਕਾ ਵੀ ਮਿਲਦਾ, ਤੇ ਇਦੋਂ ਫਰਟਾਈਲ ਲੈਂਡ ਨਹੀਂ ਹੋ ਸਕਦੀ। ਤੇ ਪੰਜਾਬ 'ਚ ਰਹਿ ਕੇ ਪੰਜਾਬ ਦੀ ਸੇਵਾ ਕਰੀਏ। ਤੇ ਦੂਜੀ ਗੱਲ ਇਹ ਆ ਵੀ ਕੋਈ ਨਾ ਕੋਈ ਆਪਦਾ ਟਾਰਗੇਟ ਲੈ ਕੇ ਚੱਲੋ। ਜਿਵੇਂ ਮੇਰਾ ਸਪੋਰਟਸ ਦੇ ਵਿੱਚ ਇੰਟਰਸਟ ਸੀਗਾ, ਮੇਰੇ ਬਾਰੇ ਮੇਰੇ ਗੁਰੂ ਨੇ ਲਿਖਿਆ ਸੀ, ਰਵਿੰਦਰ ਭੱਠਲ ਜੀ ਨੇ, ਵੀ ਨਵਦੀਪ ਦਾ ਚੰਗਾ ਖਿਡਾਰੀ ਬਣਨ ਦੀ ਇੱਛਾ ਸੀ, ਪਰ ਉਹ ਖਿਡਾਰੀ ਨਹੀਂ ਬਣ ਸਕਿਆ, ਲਿਖਾਰੀ ਬਣ ਗਿਆ। ਕਿਸੇ ਨਾ ਕਿਸੇ ਨੂੰ ਫੀਲਡ ਜ਼ਰੂਰ ਚੂਜ਼ ਕਰੋ, ਕ੍ਰੀਏਟਿਵ ਫੀਲਡ ਲਓ, ਚਾਹੇ ਫਾਈਨ ਆਰਟਸ ਦਾ ਲਓ, ਕਲਚਰ ਦਾ ਲਓ, ਕੋਈ ਡਾਂਸ, ਮਿਊਜ਼ਿਕ, ਕੁਛ ਵੀ ਹੋਵੇ। ਮਤਲਬ ਕਿ ਆਪਣੀ ਯੂਥ ਦੀ એનર્ਜੀ ਬਹੁਤ ਹੁੰਦੀ ਹੈ, ਉਹਨੂੰ ਚੈਨਲਾਈਜ਼ ਕਰੋ।
ਰੂਟੀਨ ਪੜ੍ਹਾਈ ਤੋਂ ਬਿਨਾਂ ਕੋਈ ਨਾ ਕੋਈ ਕਿਸੇ ਚੀਜ਼ ਦੇ ਆਰ ਜ਼ਰੂਰ ਲੱਗੋ। ਮੈਂ ਆਪ ਮੰਨਦਾ ਵੀ ਜੇ ਮੈਂ ਕੋਈ ਕਿਤਾਬਾਂ ਪੜ੍ਹਨ ਦਾ ਤੇ ਸਪੋਰਟਸ ਦਾ ਸ਼ੌਂਕ ਸੀ ਤਾਂ ਮੈਂ ਮਾੜੀ ਸੰਗਤ ਤੋਂ ਬਚਿਆ ਰਿਹਾ, ਕਿਉਂਕਿ ਸਮਾਂ ਇਨਸਾਨ ਕੋਲੇ ਹਰੇਕ ਕੋਲੇ ਉਨਾ ਹੀ ਹੁੰਦਾ। ਜੋ ਚੰਗੇ ਪਾਸੇ ਲਾਵਾਂਗੇ ਤਾਂ ਅਸੀਂ ਮਾੜੀਆਂ ਆਦਤਾਂ ਤੋਂ ਬਚਾਂਗੇ। ਤੇ ਇਸ ਕਰਕੇ ਕੋਈ ਨਾ ਕੋਈ ਏਮ ਜ਼ਰੂਰ ਲੈ ਕੇ ਚੱਲੋ, ਭਾਵੇਂ ਕੋਈ ਵੀ ਹੋਵੇ। ਸ਼ੌਂਕ ਦੇ 3 ਇਡੀਅਟ ਬਣਨ ਦਾ ਮੋਟੋ ਇਹੀ ਆ, ਕੰਪੈਲ ਨਾ ਕਰੋ ਤੁਸੀਂ ਕੀ ਬਣਨਾ, ਜੋ ਤੁਸੀਂ ਬਣਨਾ ਚਾਹੁੰਦੇ ਹੋ। ਜੇ ਮੈਂ ਟੀਚਰ ਮੇਰੇ ਘਰ ਦੇ ਬਣਾਉਣਾ ਚਾਹੁੰਦੇ ਸੀ, ਪਰ ਮੈਂ ਕਿਹਾ ਮੈਂ ਜਰਨਲਿਜ਼ਮ ਕਰਨੀ ਆ, ਮੈਨੂੰ ਘਰਦਿਆਂ ਨੇ ਖੁੱਲ੍ਹ ਦਿੱਤੀ। ਪੇਰੈਂਟਸ ਵੀ ਬੱਚਿਆਂ ਨੂੰ ਖੁੱਲ੍ਹ ਦੇਣ, ਉਹ ਕਿਸ ਫੀਲਡ 'ਚ ਜਾਣਾ ਚਾਹੁੰਦੇ ਉਹ ਡਿਸਾਈਡ ਨਾ ਕਰਨ ਵੀ ਤੁਸੀਂ ਕਿਸ ਕੈਰੀਅਰ ਬਣਾਉਣਾ। ਜੋ ਤੁਹਾਡਾ ਇੰਟਰਸਟ ਆ, ਜੇ ਤੰਦੂਲਕਰ ਨੂੰ ਕਿਹਾ ਜਾਂਦਾ ਸਿੰਗਰ ਬਣ ਜਾਓ, ਲਤਾ ਮੰਗੇਸ਼ਕਰ ਨੂੰ ਕਿਹਾ ਜਾਂਦਾ ਤੁਸੀਂ ਕ੍ਰਿਕਟਰ ਬਣ ਜਾਓ, ਤਾਂ ਦੋਨੇ ਫਲੋਪ ਹੋ ਜਾਂਦੇ। ਜੋ ਤੁਹਾਡਾ ਸ਼ੌਂਕ ਆ ਉਸ ਨੂੰ ਅਪਣਾਓ, ਤੁਸੀਂ ਆਪੇ ਫੀਲਡ 'ਚ ਐਕਸਲ ਕਰੋਗੇ। ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਸ਼ੋਅ ਵਿੱਚ ਆਉਣ ਲਈ। ਥੈਂਕ ਯੂ ਸੋ ਮਚ। ਬਹੁਤ ਬਹੁਤ ਮਨਦੀਪ ਜੀ, ਤੁਸੀਂ ਬੜੀਆਂ ਵਧੀਆ ਗੱਲਾਂ ਕੀਤੀਆਂ ਤੇ ਸ਼ੋਅ ਮੈਂ ਤੁਹਾਡਾ ਬੜਾ ਦੇਖਦਾਗਾ ਵਧੀਆ। ਤੇ ਅਵਨੀਤ ਨੇ ਜਦੋਂ ਸ਼ੋਅ ਕੀਤਾ ਸੀ ਤੇ ਅਵਨੀਤ ਨਾਲ ਮੇਰੀ ਬੜੀ ਖੁੱਲ੍ਹ ਕੇ ਗੱਲਾਂ ਹੋਈਆਂ ਸੀ। ਤੇ ਚਲੋ ਕਿਸੇ ਵੇਲੇ ਸ਼ੋਅ ਦੇਖਦੇ ਹੁੰਦੇ ਸੀ, ਗੱਲਾਂ ਕਰਦੇ ਸੀ, ਅੱਜ ਤੁਸੀਂ ਸ਼ੋਅ 'ਚ ਮੌਕਾ ਦਿੱਤਾ ਤੇ ਬਹੁਤ ਹੀ ਚੰਗਾ ਲੱਗਿਆ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਸੋ ਇਹ ਸੀ ਨਵਦੀਪ ਸਿੰਘ ਗਿੱਲ। ਬਹੁਤ ਦੇਰ ਤੋਂ ਮੇਰਾ ਮਨ ਸੀ ਇਹਨਾਂ ਦੀ ਆਪਾਂ ਇੰਟਰਵਿਊ ਜ਼ਰੂਰ ਕਰੀਏ, ਬਿਕੋਜ਼ ਬਹੁਤ ਹੀ ਅੱਛੇ ਲੇਖਕ ਨੇ, ਬਹੁਤ ਵਧੀਆ ਜਰਨਲਿਸਟ ਨੇ, ਬੜੀ ਮਿਹਨਤ ਕਰਦੇ ਨੇ ਤੇ ਇੱਕ ਐਸੇ ਇਨਸਾਨ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕੁਆਲਿਟੀ ਵਰਕ ਕੀਤਾ ਹੈ। ਜੇ ਹੁਨਰਮੰਦ ਇਨਸਾਨਾਂ ਦੇ ਵਿੱਚ ਨਾਮ ਲਿੱਤਾ ਜਾਵੇ ਤੇ ਨਵਦੀਪ ਸਿੰਘ ਗਿੱਲ ਇੱਕ ਬਹੁਤ ਹੀ ਖਾਸ ਨਾਮ ਆ, ਜਿਸ ਨੂੰ ਸਾਰੇ ਪੰਜਾਬੀਆਂ ਨੂੰ ਜਾਣਨ ਦੀ ਜਿਹੜੀ ਜ਼ਰੂਰਤ ਹੈ। ਬਹੁਤ ਬਹੁਤ ਸ਼ੁਕਰੀਆ ਮਨਦੀਪ ਕੌਰ ਟਾਂਗਰਾ।